ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ। ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ। ਤੁਸੀਂ ਗੱਲ ਦੱਸੀ ਸੀ, ਕਹਿੰਦੀ ਵੀ ਉਹਨਾਂ ਨੇ ਪਹਿਲਾਂ ਹੀ ਦੱਸਤਾ ਸੀਗਾ ਵੀ ਇੰਨੀ ਤਰੀਕ ਨੂੰ ਇੰਨੇ ਟਾਈਮ ਤੇ ਵੀ ਮੈਂ ਚਲੇ ਜਾਣਾ ਹੈ। ਇਹ ਸੱਚ ਹੈ ਗੱਲ? ਜਿਹੜੇ ਮੇਰੇ ਦਾਦਾ ਜੀ ਸੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਇੱਕ ਹਫ਼ਤਾ ਪਹਿਲਾਂ ਦੱਸਿਆ ਸੀ ਕਿ ਮੈਂ ਅਗਲੇ ਵੀਰਵਾਰ ਚਲੇ ਜਾਣਾ। ਬਟ ਡੈਡੀ ਆਫਟਰ ਆਲ ਦੇਖੋ, ਬੇਟਾ ਬੇਟਾ ਹੁੰਦਾ, ਬਾਪ ਬਾਪ ਹੁੰਦਾ। ਡੈਡੀ ਨੇ ਕਿਹਾ ਵੀ ਨਹੀਂ, ਹੁਣ ਤੁਸੀਂ ਹੋਰ ਮੂਡ ਦੇ ਵਿੱਚ ਆ, ਹੁਣ ਤੁਸੀਂ ਹੁਣ ਰੈਸਟ ਕਰੋ, ਕੋਈ ਨਹੀਂ ਵਗੈਰਾ ਵਗੈਰਾ। ਗੱਲ ਨਿਕਲ ਗਈ। ਬਟ ਆਫਟਰ ਐਗਜ਼ੈਕਟ 1 ਵੀਕ ਉਹ ਸੇਮ ਚੀਜ਼ ਹੋਈ ਜੋ ਉਹਨਾਂ ਨੇ ਡੈਡੀ ਨੂੰ ਦੱਸੀ ਸੀ, ਔਰ ਜੋ ਮੈਨੂੰ ਦੱਸਿਆ ਸੀਗਾ ਉਹ ਵੀ ਐਜ਼ ਇਟ ਇਜ਼ ਸੇਮ ਹੋਇਆ। ਹੁਣ ਵੀ YouTube ਦੇ ਉੱਪਰ ਵੀਡੀਓਜ਼ ਅਪਲੋਡਡ ਨੇ। ਜੋ ਮੈਨੂੰ ਉਹਨਾਂ ਨੇ ਦੱਸਿਆ ਸੀ ਔਰ ਜਿੱਦਾਂ ਦੱਸਿਆ ਸੀ ਕਿ ਕੀ ਹੋਣਾ ਹੈ, ਉਹੀ ਹੋਇਆ। ਉਹਨਾਂ ਨੇ ਮੈਨੂੰ ਇਹ ਤੱਕ ਦੱਸਿਆ ਸੀ ਕਿ ਮੈਂ ਵੀਰਵਾਰ ਨੂੰ ਜਾਊਂਗਾ ਔਰ ਮੈਂ ਇਹ ਸੋਚਦਾ ਬੇਟਾ ਕਿ ਮੈਂ ਚਿਰਾਗਾਂ ਦੇ ਟਾਈਮ 'ਤੇ ਜਾਵਾਂ। ਬਟ ਮੇਰੇ ਮਾਈਂਡ ਦੇ ਵਿੱਚ ਇਹ ਸੀਗਾ ਕਿ ਸਾਡੇ ਬਜ਼ੁਰਗਾਂ ਦੀ ਜਗ੍ਹਾ ਬਣੀ ਹੋਈ ਆ ਪਿੰਡ, ਮੈਨੂੰ ਲੱਗਾ ਕਿ ਸ਼ਾਇਦ ਉਹਨਾਂ ਨੇ ਉੱਥੇ ਮੱਥਾ ਟੇਕਣ ਜਾਣਾ। ਬਟ ਉਹ ਰਮਜ਼ ਦੀ ਗੱਲ ਸੀ, ਮੇਰੀ ਸਮਝ ਤੋਂ ਬਾਹਰ ਸੀ ਉਸ ਟਾਈਮ। ਬਟ ਜਦੋਂ ਉਹ ਚੀਜ਼ਾਂ ਹੋਈਆਂ ਮੇਰੇ ਨਾਲ ਤਾਂ ਮੇਰੇ ਕੋਲ ਲਫ਼ਜ਼ ਹੀ ਨਹੀਂ ਸੀ ਕੋਈ। ਮੈਂ ਤਾਂ ਇਹ ਕਹੂੰਗਾ ਕਿ ਮੇਰੀ ਲਾਈਫ ਜਿਹੜੀ ਉਹ ਅਸਲ ਮਾਇਨੇ 'ਚ ਮੇਰਾ ਜਨਮ ਹੀ ਮੇਰਾ ਜਿਹੜਾ ਜਨਮ ਹੋਇਆ ਉਹ ਆਈ ਥਿੰਕ ਡੈਡੀ ਦੀ ਡੈਥ ਤੋਂ ਬਾਅਦ ਹੀ ਹੋਇਆ, ਕਿਉਂਕਿ ਉਸ ਤੋਂ ਪਹਿਲਾਂ ਤਾਂ ਕੁਛ ਨਹੀਂ ਪਤਾ ਸੀ ਦੁਨੀਆ ਬਾਰੇ। ਇਹ ਨਹੀਂ ਪਤਾ ਸੀ ਕਿ ਲੋਕਾਂ ਦੇ ਚਿਹਰੇ ਕਿੰਨੇ ਹੁੰਦੇ ਆ, ਇਹ ਨਹੀਂ ਪਤਾ ਸੀ ਕਿ ਕੌਣ ਕਿੱਥੋਂ ਬੋਲਦਾ ਹੈ, ਔਰ ਇਹ ਵੀ ਨਹੀਂ ਪਤਾ ਸੀ ਕਿ ਕਿਹਦੇ 'ਤੇ ਭਰੋਸਾ ਕੀਤਾ ਜਾਵੇ ਔਰ ਕਿਹਦੇ 'ਤੇ ਨਾ ਕੀਤਾ ਜਾਵੇ। ਕਿਉਂਕਿ ਮੈਂ ਸਾਫ ਦਿਲ ਸੀਗਾ, ਮੈਨੂੰ ਸਾਰੇ ਆਪਣੇ ਵਰਗੇ ਲੱਗਦੇ ਸੀ। ਮੈਂ ਕਈਆਂ 'ਤੇ ਫੇਥ ਕੀਤਾ ਵੀ, ਧੋਖੇ ਵੀ ਖਾਧੇ। ਰਾਤ ਦਾ ਸ਼ੋਅ ਸੀਗਾ ਸਾਡਾ ਔਰ ਉਸ ਟਾਈਮ ਇੰਨਾ ਜ਼ਿਆਦਾ ਫੀਵਰ ਸੀਗਾ ਕਿ ਉਹਨਾਂ ਦੀ ਬੋਡੀ ਵਾਈਬਰੇਟ ਕਰ ਰਹੀ ਸੀ ਬੁਰੀ ਤਰ੍ਹਾਂ ਨਾਲ। ਅਤੇ ਮੈਨੂੰ ਕਹਿੰਦੇ ਕਿ ਬੇਟਾ ਕਿੱਦਾਂ ਕਰੀਏ, ਵੀ ਮੇਰਾ ਸਰੀਰ ਇਜਾਜ਼ਤ ਨਹੀਂ ਦੇ ਰਿਹਾ। ਮੈਂ ਕਿਹਾ ਜੀ ਫਿਰ ਰੈਸਟ ਕਰ ਲੈਂਦੇ ਹਾਂ, ਕੋਈ ਨਹੀਂ, ਮੈਂ ਅੱਗੇ ਬੇਨਤੀ ਕਰ ਲੈਂਦਾ, ਕੋਈ ਨਹੀਂ, ਅਗਲੇ ਸਾਲ ਸਾਨੂੰ ਮੌਕਾ ਦਿਓ। ਕਹਿੰਦੇ ਚੱਲ ਠੀਕ ਆ, ਤੂੰ ਇੱਦਾਂ ਕਰ ਵੀ ਤੂੰ ਮੈਨੂੰ ਮੈਡੀਸਨ ਦੇ ਦੇ ਫੀਵਰ ਦੀ, ਤਾਂ ਫਿਰ ਆਪਾਂ ਦੇਖਦੇ ਹਾਂ। 1-ਅੱਧੇ ਘੰਟੇ ਬਾਅਦ ਮੈਂ ਗੱਡੀ 'ਚੋਂ ਸਮਾਨ ਕੱਢਣ ਲੱਗ ਗਿਆ ਅਤੇ ਡੈਡੀ ਦੇ ਸਟੂਡੈਂਟ ਸੀਗੇ ਭਾਈ ਸਾਹਿਬ, ਉਹ ਆਏ, ਕਹਿੰਦੇ ਕਿ ਵੀ ਗੁਰੂ ਜੀ ਬੁਲਾ ਰਹੇ ਆ ਜੀ, ਵੀ ਤੁਹਾਨੂੰ ਜ਼ਰੂਰੀ ਬੁਲਾ ਰਹੇ ਅੰਦਰ। ਮੈਂ ਅੰਦਰ ਗਿਆ, ਡੈਡੀ ਕਹਿੰਦੇ ਵੀ ਯਾਰ ਡਰੈਸਾਂ ਲਿਆ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਜਾਣਾ। ਮੈਂ ਕਿਹਾ ਜੀ ਡੈਡੀ ਬੋਡੀ ਇਜਾਜ਼ਤ ਨਹੀਂ ਦੇ ਰਹੀ, ਹੁਣ ਇਹ ਵੀ ਨਹੀਂ ਹੈਗਾ ਕਿ ਤੁਸੀਂ 1-2 ਗਾਣੇ ਗਾ ਕੇ ਹਟ ਜਾਓਗੇ ਅਤੇ ਪਬਲਿਕ ਨੇ ਤੁਹਾਨੂੰ ਹਟਣ ਨਹੀਂ ਦੇਣਾ, ਤੁਸੀਂ ਉੱਥੇ ਹਟਣਾ ਨਹੀਂ ਆ। ਅਤੇ ਮੇਰੇ ਨਾਲ ਥੋੜ੍ਹਾ ਜਿਹਾ ਨਾਰਾਜ਼ਗੀ ਨਾਲ ਬੋਲੇ, ਤੂੰ ਮੈਨੂੰ ਐਵੇਂ ਇੱਦਾਂ ਟੋਕੀ ਜਾਣਾ ਇਹ ਉਹ। ਮੈਂ ਕਿਹਾ ਨਹੀਂ ਡੈਡੀ, ਬੋਡੀ ਹੁਣ ਇਜਾਜ਼ਤ ਨਹੀਂ ਦੇ ਰਹੀ। ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਔਰ ਜਿਹਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਉਹ ਗੱਲ ਇਹ ਕਹੀ ਮੈਨੂੰ, ਕਹਿੰਦੇ ਤੈਨੂੰ ਪਤਾ ਵੀ ਮੈਂ ਕੌਣ ਆ? ਮੈਂ ਕਿਹਾ ਜੀ ਤੁਸੀਂ ਸਾਬਰਕੋਟੀ ਸਾਹਿਬ ਆ। ਕਹਿੰਦੇ ਅੱਜ ਸਾਬਰਕੋਟੀ ਕਿਉਂ ਆ? ਮੈਂ ਕਿਹਾ ਜੀ ਚਾਨਣ ਪਾਇਓ। ਕਹਿੰਦੇ ਜੇ ਅੱਜ ਸਾਬਰਕੋਟੀ ਮੈਂ ਹੈ ਨਾ, ਉਹ ਸਿਰਫ ਇਹਨਾਂ ਲੋਕਾਂ ਕਰਕੇ ਆ, ਪਬਲਿਕ ਕਰਕੇ ਆ, ਲਿਸਨਰਸ ਕਰਕੇ ਆ। ਜੇ ਇਹ ਨਹੀਂ ਹੁੰਦੇ ਤਾਂ ਮੈਂ ਸਾਬਰਕੋਟੀ ਹੁੰਦਾ ਹੀ ਨਹੀਂ। ਕਹਿੰਦੇ ਤੈਨੂੰ ਪਤਾ ਕਿੰਨੇ ਲੋਕ ਬੇਟਾ ਉੱਥੇ ਆਏ ਹੋਣੇ, ਜੇ ਮੈਂ ਨਹੀਂ ਗਿਆ ਉੱਥੇ ਸਾਰਿਆਂ ਦਾ ਦਿਲ ਟੁੱਟ ਜਾਣਾ, ਬੇਟਾ ਮੈਨੂੰ ਜਾ ਲੈਂਦੇ। ਸੌਣ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ, ਸੱਜਣਾ ਨੇ ਆਉਣਾ ਹੋਵੇ, ਪਹਿਲੀ ਮੁਲਾਕਾਤ ਹੋਵੇ। ਸੌਣ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ। ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਡੈਡੀ ਵੀ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਨਾ ਅਸੀਂ ਕੋਈ ਨੈਗੇਟਿਵ ਕਮੈਂਟ ਕਰਦੇ ਹਾਂ। ਫਿਰ ਵੀ ਇੰਨਾ ਪਿਆਰ ਦੇਣ ਦੇ ਬਾਵਜੂਦ ਵੀ, ਇੰਨਾ ਸਤਿਕਾਰ ਦੇਣ ਦੇ ਬਾਵਜੂਦ ਵੀ ਲੋਕ ਸਾਡੇ ਬਾਰੇ ਮੰਦਾ ਚੰਗਾ ਕਿਉਂ ਬੋਲਦੇ ਆ? ਮੈਨੂੰ ਕਹਿੰਦੇ ਬੇਟਾ ਤੈਨੂੰ ਇੱਕ ਗੱਲ ਦਾ ਪਤਾ? ਮੈਂ ਕਿਹਾ ਜੀ ਕੀ? ਕਹਿੰਦੇ ਕਦੀ ਦਰਖਤ ਦੇਖਿਆ ਜਿਹਨੂੰ ਫਲ ਲੱਗੇ ਹੋਣ? ਮੈਂ ਕਿਹਾ ਜੀ ਦੇਖਿਆ। ਕਹਿੰਦੇ ਉਹ ਦਰਖਤ ਜਿਹੜਾ ਫਲ ਆ ਉਹ ਦਰਖਤ ਵਾਸਤੇ ਹੁੰਦਾ ਕਿ ਸਾਡੇ ਵਾਸਤੇ ਹੁੰਦਾ? ਮੈਂ ਕਿਹਾ ਜੀ ਸਾਡੇ ਵਾਸਤੇ ਹੁੰਦਾ। ਕਹਿੰਦੇ ਬਟ ਲੋਕ ਪੱਥਰ ਤਾਂ ਮਾਰਦੇ ਆ ਨਾ ਉਹਦੇ? ਮੈਂ ਕਿਹਾ ਜੀ ਬਿਲਕੁਲ ਮਾਰਦੇ ਆ। ਕਹਿੰਦੇ ਦਰਖਤ ਪੱਥਰ ਖਾ ਕੇ ਉਹਨਾਂ ਨੂੰ ਕੀ ਦਿੰਦਾ? ਮੈਂ ਕਿਹਾ ਜੀ ਫਲ ਦਿੰਦਾ। ਕਹਿੰਦੇ ਬਸ ਅਸੀਂ ਦਰਖਤ ਹੀ ਹਾਂ, ਉਹਨਾਂ ਨੂੰ ਪੱਥਰ ਮਾਰੀ ਜਾਣਦੇ, ਅਸੀਂ ਫਲ ਦੇਈ ਜਾਣਾ, ਕੋਈ ਗੱਲ ਨਹੀਂ। ਉਹ ਆਪਣਾ ਕਰਮ ਕਰਦੇ ਆ, ਮਾਲਕ ਨੇ ਉਹਨਾਂ ਨੂੰ ਆਪਣਾ ਕਰਮ ਕਰਨ ਲਈ ਲਗਾਇਆ ਹੋਇਆ, ਅਸੀਂ ਆਪਣਾ ਕਰਮ ਕਰੀ ਜਾਣਾ। 25 ਫੈਬ ਨੂੰ ਮੇਰੀ ਲਾਈਫ ਦਾ ਪਹਿਲਾ ਸ਼ੋਅ ਸੀਗਾ ਜੋ ਮੈਂ ਪਰਫੋਰਮ ਕੀਤਾ ਸੀਗਾ ਡੈਡੀ ਤੋਂ ਬਿਨਾਂ, ਵਿਦਾਊਟ ਐਨੀ ਗਾਈਡੈਂਸ ਔਨ ਸਟੇਜ। ਔਰ ਤੀਸਰੀ 25 ਜਿਹੜੀ ਹੈ ਉਹ ਮਾਰਚ ਦੀ ਹੁੰਦੀ ਹੈ ਜਦੋਂ ਮੇਰਾ ਬਰਥਡੇ ਹੁੰਦਾ। ਇਹ 3/25 ਜਿਹੜੀ ਹੈ ਸਭ ਤੋਂ ਮੈਨੂੰ ਬੇਚੈਨ ਕਰ ਦੇਣ ਵਾਲੀਆਂ ਹੁੰਦੀਆਂ ਨੇ। ਔਰ ਇਹਨਾਂ 3/25 ਦੇ ਵਿੱਚ ਮੇਰੇ ਨਾਲ ਐਸੇ ਇੰਸੀਡੈਂਟਸ ਹੋਏ ਕਿ ਮੇਰੀ ਲਾਈਫ ਬਿਲਕੁਲ ਫਲਿੱਪ ਹੋ ਗਈ। ਜਿੰਨਾ ਮੈਂ ਇਮੈਚਿਓਰ ਸੀਗਾ, ਜਿੰਨਾ ਮੈਂ ਲੋਕਾਂ ਵੱਲ ਦੇਖਦਾ ਸੀ ਕਿ ਹਾਂ ਫਲਾਣਾ ਬੰਦਾ ਆ ਕੇ ਮੇਰੀ ਹੈਲਪ ਕਰੇਗਾ, ਉਦੋਂ ਮੈਨੂੰ ਸਮਝ ਲੱਗੀ ਇਹਨਾਂ 3 ਮਹੀਨਿਆਂ ਦੇ ਅੰਦਰ ਕਿ ਨਹੀਂ ਸੱਜਣਾ, ਲਾਈਫ 'ਤੇ ਤੈਨੂੰ ਆਪੇ ਹੀ ਤੋਰਨੀ ਪੈਣੀ ਹੈ। ਆਪਣੇ ਪੈਰ ਰੱਬ ਨੇ ਦਿੱਤੇ ਆ, ਤੁਰੋ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਜਿਵੇਂ ਮੈਂ ਅਕਸਰ ਆਪਣੀ ਵੀਡੀਓਜ਼ ਦੇ ਵਿੱਚ ਜ਼ਿਕਰ ਕਰਦਾ ਹੁੰਨਾ ਕਿ ਸੰਗੀਤ ਇੱਕ ਐਸੀ ਚੀਜ਼ ਹੈ, ਕਿਉਂਕਿ ਮੈਂ ਕਹਿੰਦੇ ਕਿਤੇ ਨਾ ਮੈਂ ਪੜ੍ਹਿਆ ਲਿਖਿਆ ਸੁਣਿਆ ਕਿ ਸਾਇੰਸ ਨੇ ਵੀ ਇਹ ਚੀਜ਼ ਮੰਨੀ ਹੈ। ਡਿਪਰੈਸ਼ਨ ਹੋਵੇ ਨਾ ਕਿਸੇ ਬੰਦੇ ਨੂੰ, ਕੋਈ ਬੰਦਾ ਵੱਧ ਸੋਚਦਾ ਹੋਵੇ, ਡਿਪਰੈਸ਼ਨ ਦਾ ਮਰੀਜ਼ ਹੋਵੇ, ਕਹਿੰਦੇ ਉਸ ਮਰੀਜ਼ ਨੂੰ ਚੰਗੇ ਸੰਗੀਤ ਦੇ ਲੜ ਲਾ ਦਿਓ ਨਾ ਤਾਂ ਉਹ ਬੰਦਾ ਰਿਕਵਰ ਹੋਣ ਲੱਗ ਜਾਂਦਾ। ਸੰਗੀਤ ਦੇ ਵਿੱਚ ਇੰਨੀ ਪਾਵਰ ਹੈ। ਮੈਂ ਸੰਗੀਤ ਦੀ ਗੱਲ ਕਰਾਂ ਤਾਂ ਸੰਗੀਤ ਇੱਕ ਅੱਜ ਦਾ ਸੰਗੀਤ ਹੈ ਵੀ ਜਿਹਦੇ ਵਿੱਚ ਫੁੱਲ ਬੇਸ ਹੁੰਦੀ ਹੈ, ਧੂਮ ਚੱਲਦੀ ਹੁੰਦੀ ਹੈ, ਤਾਂ ਬਸ ਬੰਦੇ ਦੇ ਗਾਣੇ ਦਾ ਨਹੀਂ ਪਤਾ ਲੱਗਦਾ, ਬਸ ਮਿਊਜ਼ਿਕ ਦਾ ਪਤਾ ਲੱਗਦਾ ਹੁੰਦਾ ਵੱਜਦਾ ਕੀ ਹੈ। ਪਰ ਇੱਕ ਦੌਰ ਪਿਛਲਾ ਹੁੰਦਾ ਸੀ, ਕਹਿੰਦੇ ਓਲਡ ਇਜ਼ ਗੋਲਡ, ਪੁਰਾਣਾ 100 ਦਿਨ ਨਵਾਂ 2 ਦਿਨ। ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦਾ ਸੀ, ਕਲਾਕਾਰ ਜਿਹੜੇ ਹੁੰਦੇ ਸੀ ਉਹ ਯੁੱਗ ਹੁੰਦਾ ਸੀ ਸੈਡ ਸੌਂਗ ਦਾ, ਅਤੇ ਸੈਡ ਸੌਂਗਸ ਦੀ ਜਦ ਵੀ ਗੱਲ ਹੁੰਦੀ ਹੈ ਨਾ ਤਾਂ ਇੱਕ ਕਲਾਕਾਰ ਦਾ ਹਮੇਸ਼ਾ ਨਾਮ ਚੋਟੀ 'ਤੇ ਆਉਂਦਾ, ਉਹ ਸੀਗੇ ਸਾਬਰ ਕੋਟੀ ਜੀ। ਬੇਸ਼ੱਕ ਸਾਨੂੰ ਸਦੀਵੀ ਵਿਛੋੜਾ ਦੇ ਗਏ, ਪਰ ਅੱਜ ਵੀ ਸਾਡੇ ਦਿਲਾਂ ਉੱਤੇ ਰਾਜ ਕਰਦੇ ਨੇ ਆਪਣੇ ਗਾਏ ਹੋਏ ਗਾਣਿਆਂ ਕਰਕੇ। ਬਹੁਤ ਘੱਟ ਰੂਹਾਂ ਨੇ, ਮੈਂ ਕਹਿੰਦਾ ਬਹੁਤ ਘੱਟ ਰੂਹਾਂ ਐਸੀਆਂ ਨੇ ਜਿਹੜੀਆਂ ਉਹਨਾਂ ਨੂੰ ਨਾ ਯਾਦ ਕਰੇ ਬਿਨਾਂ ਰਹਿੰਦੀਆਂ ਹੋਣਗੀਆਂ। ਮੈਂ ਆਪਣੀ ਗੱਲ ਦੱਸਾਂ ਤਾਂ ਮੇਰਾ ਬਚਪਨ ਜਿਹੜਾ ਸੀਗਾ, ਕਿਉਂਕਿ ਉਹ ਟਾਈਮ ਜਦ ਅਸੀਂ ਛੋਟੇ ਹੁੰਦੇ ਸੀ ਤਾਂ ਉਹਨਾਂ ਨੂੰ ਸੁਣਦੇ ਹੁੰਦੇ ਸੀ, ਉਹਨਾਂ ਦੀ ਚੀਜ਼ਾਂ ਸੁਣਦੇ ਹੁੰਦੇ ਸੀ। ਮਾਣਕ ਸਾਹਿਬ ਹੋ ਗਏ, ਉਹ ਕਲਾਕਾਰ ਹੋ ਗਏ ਜਿਨ੍ਹਾਂ ਨੂੰ ਸੁਣ ਕੇ ਅਸੀਂ ਵੱਡੇ ਹੋਏ ਹਾਂ। ਪਰ ਅੱਜ ਲੋਕ ਬੜਾ ਵੱਡਾ ਸਵਾਲ ਕਰ ਦਿੰਦੇ ਨੇ ਕਿ ਸਾਬਰ ਕੋਟੀ ਜੀ ਦੀ ਫੈਮਿਲੀ ਕਿੱਥੇ ਹੈ, ਸਾਬਰ ਕੋਟੀ ਦੇ ਬੇਟੇ ਕਿੱਥੇ ਨੇ। ਬੇਸ਼ੱਕ ਤੁਸੀਂ ਵੀਡੀਓਜ਼ ਵੀ ਵੇਖੇ ਹੋਣਗੇ, ਪਰ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਐਲੈਕਸ ਕੋਟੀ ਜੀ ਹੋਣਗੇ, ਸਭ ਤੋਂ ਵੱਡੇ ਜੇਠਾ ਪੁੱਤ ਪਰਿਵਾਰ ਦਾ। ਤੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲੇ ਹੋਰ ਬੜੀਆਂ ਗੱਲਾਂ ਨੇ, ਗਾਣੇ ਵੀ ਸੁਣਾਂਗੇ ਵੀਰੇ ਤੋਂ, ਤੇ ਸਾਬਰ ਕੋਟੀ ਜੀ ਦੀਆਂ ਕਾਫੀ ਯਾਦਾਂ ਜਿਹੜੀਆਂ ਨੇ ਉਹ ਵੀ ਤਾਜ਼ੀ ਕਰਨ ਦੀ ਕੋਸ਼ਿਸ਼ ਕਰਾਂਗੇ। ਵੀਰਾ ਮੇਰੇ ਨਾਲ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਵੀਰੇ ਸਤਿ ਸ਼੍ਰੀ ਅਕਾਲ, ਠੀਕ ਹੋ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ। ਸਿਹਤ ਠੀਕ ਹੈ ਜੀ, ਬਿਲਕੁਲ ਬਿਲਕੁਲ ਜੀ, ਕਿਰਪਾ ਮਾਲਕ ਦੀ ਚੱਲੀ ਜਾਂਦਾ ਜੀ। ਸਭ ਤੋਂ ਪਹਿਲਾਂ ਭਾਜੀ ਸਵਾਲ ਇਹੀ ਹੋਊਗਾ ਵੀ ਕਿਉਂਕਿ ਇੰਨੇ ਵੱਡੇ ਪਰਿਵਾਰ ਦੇ ਵਿੱਚ ਐਡੇ ਲਿਵਿੰਗ ਲੈਜੈਂਡ ਦੇ ਘਰੇ ਜਨਮ ਲੈਣਾ ਮਾਣ ਮੰਨਦੇ ਹੋ? ਜੀ ਬਿਲਕੁਲ ਬਿਲਕੁਲ ਬਿਲਕੁਲ, ਇਟਸ ਅ ਬਲੈਸਿੰਗ। ਬਹੁਤ ਘੱਟ ਲੋਕ ਹੁੰਦੇ ਨੇ ਜੀ ਐਸੇ ਜਿਨ੍ਹਾਂ ਦੇ ਹਿੱਸੇ ਇਹ, ਮੈਂ ਕਹਿੰਦਾ ਕਿ ਇਹ ਤਾਂ ਇੱਕ ਰਹਿਮਤ ਹੈ ਮਾਲਕ ਦੀ। ਕਿਉਂਕਿ ਅਕਸਰ ਮੈਂ ਸਾਰਿਆਂ ਤੋਂ ਸੁਣਦਾ ਹੁੰਦਾ ਸੀਗਾ ਕਿ ਯਾਰ ਤੁਸੀਂ ਬਹੁਤ ਕਿਸਮਤ ਵਾਲੇ ਹੋ, ਤੁਸੀਂ ਉਹਨਾਂ ਦੇ ਘਰ ਪੈਦਾ ਹੋਏ ਹੋ। ਬਟ ਉਦੋਂ ਅਸੀਂ ਥੋੜ੍ਹਾ ਜਿਹਾ ਬਚਪਨਾ ਸੀ, ਨਹੀਂ ਪਤਾ ਸੀਗਾ। ਬਟ ਉਸ ਚੀਜ਼ ਦੀ ਕੀ ਕਦਰ ਹੈ ਉਹ ਹੁਣ ਪਤਾ ਲੱਗਦੀ ਹੈ ਕਿ ਅਸੀਂ ਕਿੱਥੇ ਹਾਂ ਇਸ ਟਾਈਮ, ਔਰ ਬਹੁਤ ਸਹੀ ਰੱਖਿਆ ਮਾਲਕ ਨੇ ਜਿੱਥੇ ਰੱਖਿਆ। ਅੱਛਾ, ਕਾਰਨ ਕੀ? ਕਿਉਂਕਿ ਅਕਸਰ ਜਿਵੇਂ ਕਿ ਵੀਡੀਓਜ਼ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਸਾਬਰ ਕੋਟੀ ਐਂਡ ਦੇ ਜਦ ਟਾਈਮ ਸੀਗਾ, ਜਦ ਆਪਾਂ ਨੂੰ ਸਦੀਵੀ ਵਿਛੋੜਾ ਦਿੱਤਾ ਆ, ਹਸਪੀਟਲਾਈਜ਼ਡ ਸੀਗੇ, ਉਹ ਟਾਈਮ ਬਹੁਤ ਵੀਕ ਹੋ ਚੁੱਕੇ ਸੀਗੇ, ਹੈ ਨਾ, ਕਾਫੀ ਵੀਕ ਸੀਗੇ। ਮਤਲਬ ਕਿ ਸਰੀਰ ਦੇ ਵਿੱਚ ਮਤਲਬ ਕਿ ਸਕਿਨੀ ਬਹੁਤ ਹੋ ਚੁੱਕੀ ਸੀ, ਚਮੜੀ ਤਾਂ ਬਿਲਕੁਲ ਨਾਲ ਹੀ ਲੱਗ ਚੁੱਕੀ ਸੀ ਜੀ। ਬਿਮਾਰ ਐਕਚੁਅਲੀ ਉਹ ਹੋਏ ਸੀਗੇ 2015 ਦੇ ਵਿੱਚ, ਕਾਫੀ ਟਾਈਮ ਬਿਮਾਰ ਰਹੇ। ਔਰ ਪਹਿਲਾਂ ਉਹਨਾਂ ਨੂੰ ਥੋੜ੍ਹਾ ਜਿਹਾ ਇੱਥੋਂ ਆਪਰੇਟ ਹੋਇਆ ਸੀਗਾ ਉਹਨਾਂ ਦੇ ਇੱਥੇ ਕੁਛ ਰਸੌਲੀਆਂ ਟਾਈਪ ਬਣ ਗਈਆਂ ਸੀਗੀਆਂ। ਉਸ ਤੋਂ ਬਾਅਦ ਜਦੋਂ ਉਸ ਚੀਜ਼ ਤੋਂ ਥੋੜ੍ਹੀ ਰਿਕਵਰੀ ਹੋਣ ਲੱਗੀ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਨੇਊ ਹੋ ਗਿਆ। ਜਨੇਊ ਮੇਰਾ ਖਿਆਲ ਨੀਅਰ ਅਬਾਊਟ 4.5 ਮਹੀਨੇ ਉਹ ਰਿਹਾ। ਔਰ ਉਸ ਟਾਈਮ ਦੇ ਦੌਰਾਨ ਡੈਡੀ ਨੇ ਖਾਣਾ ਬਿਲਕੁਲ ਨਹੀਂ ਖਾਧਾ, ਲਿਕੁਇਡ ਲੈਂਦੇ ਸੀਗੇ, ਬਟ ਉਹ ਵੀ ਜੇ ਬੋਡੀ ਅਲਾਉ ਕਰਦੀ ਸੀ ਤਾਂ ਉਹ ਬੋਡੀ ਦੇ ਅੰਦਰ ਰਹਿ ਜਾਂਦਾ ਸੀਗਾ, ਨਹੀਂ ਤਾਂ ਉਹ ਵੋਮਿਟ ਹੋ ਜਾਂਦੀ ਸੀ, ਬੁਰਾ ਹਾਲ ਹੋ ਜਾਂਦਾ ਸੀਗਾ। ਉਸ ਤੋਂ ਬਾਅਦ ਜਦੋਂ ਜਨੇਊ ਤੋਂ ਠੀਕ ਹੋਏ, ਫਿਰ ਟਾਈਫਾਇਡ ਹੋ ਗਿਆ। ਐਂਡ ਆਫਟਰ ਦੈਟ ਬਸ ਪ੍ਰੋਬਲਮਸ ਵੱਧਦੀਆਂ ਗਈਆਂ ਲਾਈਫ ਦੇ ਵਿੱਚ ਉਹਨਾਂ ਦੇ। ਔਰ ਉਸ ਚੀਜ਼ ਦਾ ਸਭ ਤੋਂ ਜ਼ਿਆਦਾ ਇਫੈਕਟ ਜਿਹੜਾ ਉਹਨਾਂ ਦੇ ਮਾਈਂਡ 'ਤੇ ਹੋਇਆ, ਕਿਉਂਕਿ ਜਦੋਂ ਸਕਿਨੀ ਹੋ ਗਏ ਸੀਗੇ, ਲੋਕ ਹਾਲ ਚਾਲ ਇਸ ਹਿਸਾਬ ਦੇ ਨਾਲ ਪੁੱਛਦੇ ਸੀਗੇ, ਉਹਨਾਂ ਨੂੰ ਹਰਟ ਬਹੁਤ ਹੁੰਦਾ ਸੀਗਾ। ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਪਤਾ ਨਹੀਂ ਸ਼ਾਇਦ ਮੈਂ ਕਿੰਨਾ ਹੀ ਬਿਮਾਰ ਜ਼ਿਆਦਾ ਹੋ ਗਿਆ ਆ। ਬਟ ਹੌਸਲਾ ਸਾਨੂੰ ਦਿੰਦੇ ਸੀਗੇ, ਬਟ ਅੰਦਰੋਂ ਤੁਹਾਨੂੰ ਪਤਾ ਹੀ ਹੈ ਬੰਦਾ ਥੋੜ੍ਹਾ ਹੋ ਹੀ ਜਾਂਦਾ ਬਿਮਾਰ ਹੋਣ ਤੋਂ ਬਾਅਦ। ਅੱਛਾ, ਜਿਵੇਂ ਤੁਸੀਂ ਆਪਾਂ ਆਫ ਦਾ ਰੈਕਡ ਗੱਲ ਕਰ ਰਹੇ ਸੀ, ਤੁਸੀਂ ਗੱਲ ਦੱਸੀ ਸੀ, ਕਹਿੰਦੇ ਵੀ ਉਹਨਾਂ ਨੇ ਪਹਿਲਾਂ ਹੀ ਦੱਸਤਾ ਸੀਗਾ ਵੀ ਇੰਨੀ ਤਰੀਕ ਨੂੰ ਇੰਨੇ ਟਾਈਮ 'ਤੇ ਵੀ ਮੈਂ ਚਲੇ ਜਾਣਾ ਆ। ਇਹ ਸੱਚ ਹੈ ਗੱਲ? ਦਰਅਸਲ ਜਿਹੜੇ ਮੇਰੇ ਪਾਪਾ ਜੀ ਸੀ, ਮੇਰੇ ਦਾਦਾ ਜੀ ਸੀ, ਉਹਨਾਂ ਨੇ ਪੀਰਾਂ ਫਕੀਰਾਂ ਦੀ ਸੇਵਾ ਬਹੁਤ ਕੀਤੀ, ਔਰ ਡੈਡੀ ਨੇ ਵੀ ਉਹੀ ਰੀਤ ਜਿਹੜੀ ਅੱਗੇ ਰੱਖੀ। ਜਿਹੜੇ ਮੇਰੇ ਦਾਦਾ ਜੀ ਸੀ, ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ 1 ਹਫ਼ਤਾ ਪਹਿਲਾਂ ਦੱਸਿਆ ਸੀ ਕਿ ਮੈਂ ਅਗਲੇ ਵੀਰਵਾਰ ਚਲੇ ਜਾਣਾ। ਬਟ ਡੈਡੀ ਆਫਟਰ ਆਲ ਦੇਖੋ, ਬੇਟਾ ਬੇਟਾ ਹੁੰਦਾ, ਬਾਪ ਬਾਪ ਹੁੰਦਾ। ਡੈਡੀ ਨੇ ਕਿਹਾ ਵੀ ਨਹੀਂ ਹੁਣ ਤੁਸੀਂ ਹੋਰ ਮੂਡ ਦੇ ਵਿੱਚ ਆ, ਹੁਣ ਤੁਸੀਂ ਹੁਣ ਰੈਸਟ ਕਰੋ, ਕੋਈ ਨਹੀਂ ਵਗੈਰਾ ਵਗੈਰਾ। ਗੱਲ ਨਿਕਲ ਗਈ। ਬਟ ਆਫਟਰ ਐਗਜ਼ੈਕਟ 1 ਵੀਕ ਉਹ ਸੇਮ ਚੀਜ਼ ਹੋਈ ਜੋ ਉਹਨਾਂ ਨੇ ਡੈਡੀ ਨੂੰ ਦੱਸੀ ਸੀ, ਔਰ ਜੋ ਮੈਨੂੰ ਦੱਸਿਆ ਸੀਗਾ ਉਹ ਵੀ ਐਜ਼ ਇਟ ਇਜ਼ ਸੇਮ ਹੋਇਆ। ਹੁਣ ਵੀ ਯੂਟਿਊਬ ਦੇ ਉੱਪਰ ਵੀਡੀਓਜ਼ ਅਪਲੋਡਡ ਨੇ, ਜੋ ਮੈਨੂੰ ਉਹਨਾਂ ਨੇ ਦੱਸਿਆ ਸੀ ਔਰ ਜਿੱਦਾਂ ਦੱਸਿਆ ਸੀ ਕਿ ਕੀ ਹੋਣਾ ਹੈ, ਉਹੀ ਹੋਇਆ। ਉਹਨਾਂ ਨੇ ਮੈਨੂੰ ਇਹ ਤੱਕ ਦੱਸਿਆ ਸੀ ਕਿ ਮੈਂ ਵੀਰਵਾਰ ਨੂੰ ਜਾਊਂਗਾ, ਔਰ ਮੈਂ ਇਹ ਸੋਚਦਾ ਬੇਟਾ ਕਿ ਮੈਂ ਚਿਰਾਗਾਂ ਦੇ ਟਾਈਮ 'ਤੇ ਜਾਵਾਂ। ਬਟ ਮੇਰੇ ਮਾਈਂਡ ਦੇ ਵਿੱਚ ਇਹ ਸੀਗਾ ਕਿ ਸਾਡੇ ਬਜ਼ੁਰਗਾਂ ਦੀ ਜਗ੍ਹਾ ਬਣੀ ਹੋਈ ਆ ਪਿੰਡ, ਮੈਨੂੰ ਲੱਗਾ ਕਿ ਸ਼ਾਇਦ ਉਹਨਾਂ ਨੇ ਉੱਥੇ ਮੱਥਾ ਟੇਕਣ ਜਾਣਾ।
ਬਟ ਉਹ ਰਮਜ਼ ਦੀ ਗੱਲ ਸੀ, ਮੇਰੀ ਸਮਝ ਤੋਂ ਬਾਹਰ ਸੀ ਉਸ ਟਾਈਮ। ਬਟ ਜਦੋਂ ਉਹ ਚੀਜ਼ਾਂ ਹੋਈਆਂ ਮੇਰੇ ਨਾਲ ਤਾਂ ਮੇਰੇ ਕੋਲ ਲਫ਼ਜ਼ ਹੀ ਨਹੀਂ ਸੀ ਕੋਈ। ਪਤਾ ਸਾਨੂੰ ਇਹ ਵੀ ਲੱਗਿਆ ਸੀ, ਤੁਸੀਂ ਵੀ ਦੱਸਿਆ ਕਿ ਤੁਸੀਂ ਬੜਾ ਜ਼ਿਆਦਾ ਹਾਈਪਰ ਟੈਨਸ਼ਨ ਲੈਣ 'ਚ ਗਏ ਸੀ, ਜ਼ਿਆਦਾ ਹੀ ਸੋਚਣ ਲੱਗ ਗਏ ਸੀਗੇ, ਬਸ ਵੀ ਐਂ ਹੁੰਦਾ ਸੀ ਆਪਣੇ ਆਪ ਦੇ ਵਿੱਚ ਰਹਿਣਾ, ਜ਼ਿਆਦਾ ਗੁੱਸਾ ਆਉਣਾ। ਕਾਰਨ ਕੀ ਹੋ ਗਿਆ ਸੀ? ਕਾਰਨ ਐਕਚੁਅਲੀ ਕੀ ਹੁੰਦਾ ਜੀ, ਜਦੋਂ ਤੁਹਾਡੇ ਬਾਪ ਦਾ ਸਾਇਆ ਸਿਰ 'ਤੇ ਹੁੰਦਾ ਹੈ ਅਤੇ ਇੱਕ ਜਿਹੜਾ ਬੱਚਾ ਹੁੰਦਾ ਜਾਂ ਜਿਹੜੀ ਔਲਾਦ ਹੁੰਦੀ ਹੈ ਉਹਨੂੰ ਫਿਕਰ ਨਹੀਂ ਹੁੰਦਾ ਕਿਸੇ ਚੀਜ਼ ਦਾ, ਕਿਉਂਕਿ ਪਿੱਛੇ ਫਾਦਰ ਸਾਹਿਬ ਬੈਠੇ ਆ। ਬਟ ਡੈਡੀ ਦੇ ਜਾਣ ਤੋਂ ਬਾਅਦ ਮੇਰੀ ਲਾਈਫ ਜਿਹੜੀ ਹੈ ਉਹ ਪ੍ਰੋਪਰ ਚੇਂਜ ਹੋ ਗਈ। ਮੈਂ ਤਾਂ ਇਹ ਕਹੂੰਗਾ ਕਿ ਮੇਰੀ ਲਾਈਫ ਜਿਹੜੀ ਉਹ ਅਸਲ ਮਾਇਨੇ 'ਚ ਮੇਰਾ ਜਨਮ ਹੀ ਮੇਰਾ ਜਿਹੜਾ ਜਨਮ ਹੋਇਆ ਉਹ ਆਈ ਥਿੰਕ ਡੈਡੀ ਦੀ ਡੈਥ ਤੋਂ ਬਾਅਦ ਹੀ ਹੋਇਆ, ਕਿਉਂਕਿ ਉਸ ਤੋਂ ਪਹਿਲਾਂ ਤਾਂ ਕੁਛ ਨਹੀਂ ਪਤਾ ਸੀ ਦੁਨੀਆ ਬਾਰੇ। ਇਹ ਨਹੀਂ ਪਤਾ ਸੀ ਕਿ ਲੋਕਾਂ ਦੇ ਚਿਹਰੇ ਕਿੰਨੇ ਹੁੰਦੇ ਆ, ਇਹ ਨਹੀਂ ਪਤਾ ਸੀ ਕਿ ਕੌਣ ਕਿੱਥੋਂ ਬੋਲਦਾ ਹੈ, ਔਰ ਇਹ ਵੀ ਨਹੀਂ ਪਤਾ ਸੀ ਕਿ ਕਿਹਦੇ 'ਤੇ ਭਰੋਸਾ ਕੀਤਾ ਜਾਵੇ ਔਰ ਕਿਹਦੇ 'ਤੇ ਨਾ ਕੀਤਾ ਜਾਵੇ। ਕਿਉਂਕਿ ਮੈਂ ਸਾਫ਼ ਦਿਲ ਸੀਗਾ, ਮੈਨੂੰ ਸਾਰੇ ਆਪਣੇ ਵਰਗੇ ਲੱਗਦੇ ਸੀ। ਮੈਂ ਕਈਆਂ 'ਤੇ ਫੇਥ ਕੀਤਾ ਵੀ, ਧੋਖੇ ਵੀ ਖਾਧੇ। ਬਟ ਇਹ ਲਾਈਫ ਹੈ, ਲਾਈਫ 'ਚ ਅਪਸ ਐਂਡ ਡਾਊਨਸ ਆਉਂਦੇ ਰਹਿੰਦੇ ਆ, ਕੋਈ ਵੱਡੀ ਗੱਲ ਨਹੀਂ ਹੈ। ਅੱਛਾ, ਤੁਸੀਂ ਇੱਕ ਯਾਦ ਦੱਸ ਰਹੇ ਸੀ, ਮੈਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹੂੰਗਾ ਵੀ ਜਦੋਂ ਇੱਕ ਸ਼ੋਅ ਦੇ ਦੌਰਾਨ ਉਹ ਮਤਲਬ ਕਿ ਐਂਡਲੇ ਟਾਈਮ ਸੀਗੇ ਜਦ ਸ਼ੋਅ ਸੀਗਾ ਅਤੇ ਬੁਖਾਰ ਵੀ 102 'ਤੇ ਸੀ, ਪਰ ਫਿਰ ਵੀ ਕੋਟੀ ਸਾਹਿਬ ਕਹਿੰਦੇ ਵੀ ਮੈਂ ਸ਼ੋਅ ਲਾਉਣਾ, ਤੁਸੀਂ ਕਹਿ ਰਹੇ ਸੀ ਵੀ ਨਹੀਂ ਲਾਉਣਾ, ਪਰ ਫਿਰ ਵੀ ਉਹਨਾਂ ਨੇ ਜਿੱਦ ਕੀਤੀ ਲਾਉਣਾ। ਉਹ ਉਹਨਾਂ ਦਾ ਦਰਅਸਲ ਸੈਕਿੰਡ ਲਾਸਟ ਸ਼ੋਅ ਸੀਗਾ, ਉਹ ਰਾਤ ਦਾ ਸ਼ੋਅ ਸੀਗਾ ਸਾਡਾ, ਔਰ ਉਸ ਟਾਈਮ ਇੰਨਾ ਜ਼ਿਆਦਾ ਫੀਵਰ ਸੀਗਾ ਕਿ ਉਹਨਾਂ ਦੀ ਬੋਡੀ ਵਾਈਬਰੇਟ ਕਰ ਰਹੀ ਸੀ ਬੁਰੀ ਤਰ੍ਹਾਂ ਨਾਲ। ਅਤੇ ਮੈਨੂੰ ਕਹਿੰਦੇ ਕਿ ਬੇਟਾ ਕਿੱਦਾਂ ਕਰੀਏ, ਵੀ ਮੇਰਾ ਸਰੀਰ ਇਜਾਜ਼ਤ ਨਹੀਂ ਦੇ ਰਿਹਾ। ਮੈਂ ਕਿਹਾ ਜੀ ਫਿਰ ਰੈਸਟ ਕਰ ਲੈਂਦੇ ਹਾਂ, ਕੋਈ ਨਹੀਂ, ਮੈਂ ਅੱਗੇ ਬੇਨਤੀ ਕਰ ਲੈਂਦਾ ਕੋਈ ਨਹੀਂ, ਅਗਲੇ ਸਾਲ ਸਾਨੂੰ ਮੌਕਾ ਦਿਓ। ਕਹਿੰਦੇ ਚੱਲ ਠੀਕ ਆ, ਤੂੰ ਇੱਦਾਂ ਕਰ ਵੀ ਤੂੰ ਮੈਨੂੰ ਮੈਡੀਸਨ ਦੇ ਦੇ ਫੀਵਰ ਦੀ, ਤਾਂ ਫਿਰ ਆਪਾਂ ਦੇਖਦੇ ਹਾਂ। ਮੈਂ ਕਿਹਾ ਜੀ ਠੀਕ ਆ ਜੀ। ਮੈਂ ਮੈਡੀਸਨ ਦਿੱਤੀ, ਉਹਨਾਂ ਨੇ ਟੈਸਟ ਕੀਤੀ ਅਤੇ ਅਸੀਂ ਆਪਣੇ ਕੰਮਕਾਰ 'ਚ ਰੁੱਝ ਗਏ। ਤਾਂ ਹੌਲੀ ਹੌਲੀ ਮੈਂ ਆਫਟਰ ਮੇਰਾ ਖਿਆਲ 1-ਅੱਧੇ ਘੰਟੇ ਬਾਅਦ ਮੈਂ ਗੱਡੀ 'ਚੋਂ ਸਮਾਨ ਕੱਢਣ ਲੱਗ ਗਿਆ ਅਤੇ ਡੈਡੀ ਦੇ ਸਟੂਡੈਂਟ ਸੀਗੇ ਭਾਈ ਸਾਹਿਬ, ਉਹ ਆਏ, ਕਹਿੰਦੇ ਕਿ ਵੀ ਗੁਰੂ ਜੀ ਬੁਲਾ ਰਹੇ ਆ ਜੀ, ਵੀ ਤੁਹਾਨੂੰ ਜ਼ਰੂਰੀ ਬੁਲਾ ਰਹੇ ਅੰਦਰ। ਮੈਂ ਅੰਦਰ ਗਿਆ, ਡੈਡੀ ਕਹਿੰਦੇ ਵੀ ਯਾਰ ਡਰੈਸਾਂ ਲਿਆ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਜਾਣਾ। ਮੈਂ ਕਿਹਾ ਜੀ ਡੈਡੀ ਬੋਡੀ ਇਜਾਜ਼ਤ ਨਹੀਂ ਦੇ ਰਹੀ, ਹੁਣ ਇਹ ਵੀ ਨਹੀਂ ਹੈਗਾ ਕਿ ਤੁਸੀਂ 1-2 ਗਾਣੇ ਗਾ ਕੇ ਹਟ ਜਾਓਗੇ ਅਤੇ ਪਬਲਿਕ ਨੇ ਤੁਹਾਨੂੰ ਹਟਣ ਨਹੀਂ ਦੇਣਾ, ਤੁਸੀਂ ਉੱਥੇ ਹਟਣਾ ਨਹੀਂ ਆ। ਅਤੇ ਮੇਰੇ ਨਾਲ ਥੋੜ੍ਹਾ ਜਿਹਾ ਨਾਰਾਜ਼ਗੀ ਨਾਲ ਬੋਲੇ, ਤੂੰ ਮੈਨੂੰ ਐਵੇਂ ਇੱਦਾਂ ਟੋਕੀ ਜਾਣਾ ਇਹ ਉਹ। ਮੈਂ ਕਿਹਾ ਨਹੀਂ ਡੈਡੀ, ਬੋਡੀ ਹੁਣ ਇਜਾਜ਼ਤ ਨਹੀਂ ਦੇ ਰਹੀ, ਬਿਕੋਜ਼ ਐਟ ਦੈਟ ਟਾਈਮ ਜਨੇਊ ਤੋਂ ਠੀਕ ਹੋ ਚੁੱਕੇ ਸੀਗੇ, ਬਟ ਐਨਰਜੀ ਲੈਵਲ ਇੰਨਾ ਜ਼ਿਆਦਾ ਡਾਊਨ ਹੋ ਗਿਆ ਸੀਗਾ ਕਿ ਤੁਸੀਂ ਗੱਲਾਂ ਛੱਡ ਦਿਓ, ਔਰ ਵੀਡੀਓਜ਼ 'ਚ ਤੁਸੀਂ ਦੇਖਿਆ ਵੀ ਹੋਣਾ। ਤਾਂ ਮੈਨੂੰ ਉਹਨਾਂ ਨੇ ਇੱਕ ਗੱਲ ਕਹੀ, ਔਰ ਜਿਹਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਉਹ ਗੱਲ ਇਹ ਕਹੀ ਮੈਨੂੰ, ਕਹਿੰਦੇ ਤੈਨੂੰ ਪਤਾ ਵੀ ਮੈਂ ਕੌਣ ਹਾਂ? ਮੈਂ ਕਿਹਾ ਜੀ ਤੁਸੀਂ ਸਾਬਰਕੋਟੀ ਸਾਹਿਬ ਆ। ਕਹਿੰਦੇ ਅੱਜ ਸਾਬਰਕੋਟੀ ਕਿਉਂ ਹੈ? ਮੈਂ ਕਿਹਾ ਜੀ ਚਾਨਣ ਪਾਇਓ। ਕਹਿੰਦੇ ਜੇ ਅੱਜ ਸਾਬਰਕੋਟੀ ਮੈਂ ਹੈ ਨਾ, ਉਹ ਸਿਰਫ ਇਹਨਾਂ ਲੋਕਾਂ ਕਰਕੇ ਆ, ਪਬਲਿਕ ਕਰਕੇ ਆ, ਲਿਸਨਰਸ ਕਰਕੇ ਆ। ਜੇ ਇਹ ਨਹੀਂ ਹੁੰਦੇ ਤਾਂ ਮੈਂ ਸਾਬਰਕੋਟੀ ਹੁੰਦਾ ਹੀ ਨਹੀਂ। ਕਹਿੰਦੇ ਤੈਨੂੰ ਪਤਾ ਕਿੰਨੇ ਲੋਕ ਬੇਟਾ ਉੱਥੇ ਆਏ ਹੋਣੇ, ਜੇ ਮੈਂ ਨਹੀਂ ਗਿਆ ਉੱਥੇ ਉਹ ਸਾਰਿਆਂ ਦਾ ਦਿਲ ਟੁੱਟ ਜਾਣਾ, ਬੇਟਾ ਮੈਨੂੰ ਜਾ ਲੈਂਦੇ। ਫਿਰ ਮੈਂ ਕੀ ਕਹਿ ਸਕਦਾ ਸੀਗਾ। ਅਤੇ ਅਸੀਂ ਉਹਨਾਂ ਨੂੰ ਚਲੋ ਰੈਡੀ ਕੀਤਾ, ਅਸੀਂ ਪਹੁੰਚ ਗਏ ਸਟੇਜ ਦੇ ਕੋਲ, ਅਤੇ ਸਾਡੇ ਤੋਂ ਪਹਿਲਾਂ 2-3 ਆਰਟਿਸਟ ਗਾ ਰਹੇ ਸੀਗੇ। ਤਾਂ ਉਸ ਟਾਈਮ ਪੀਰੀਅਡ ਦੇ ਅੰਦਰ ਫੀਵਰ ਉਹਨਾਂ ਨੂੰ ਦੁਬਾਰਾ ਹੋ ਗਿਆ। ਮੈਨੂੰ ਚੰਗੀ ਤਰ੍ਹਾਂ ਯਾਦ ਹੈ 102 ਦੇ ਕਰੀਬ ਉਹਨਾਂ ਨੂੰ ਫੀਵਰ ਸੀ, ਬਟ ਉਸ 102 ਬੁਖਾਰ ਦੇ ਵਿੱਚ ਵੀ ਉਹਨਾਂ ਨੇ ਮੇਰਾ ਖਿਆਲ 2-2.5 ਘੰਟੇ ਤੋਂ ਉੱਪਰ ਹੀ ਗਾਇਆ ਉਹਨਾਂ ਨੇ ਉੱਥੇ, ਔਰ ਪਬਲਿਕ ਦਾ ਰਿਸਪੌਂਸ, ਐਸੀਆਂ ਸੀਟੀਆਂ, ਐਸੀਆਂ ਫਰਮਾਇਸ਼ਾਂ। ਫਿਰ ਉਹਨਾਂ ਨੇ ਗੱਡੀ 'ਚ ਬੈਠ ਕੇ ਮੈਨੂੰ ਦੱਸਿਆ, ਕਹਿੰਦੇ ਕਿ ਬੇਟਾ ਜੇ ਰੱਬ ਨੂੰ ਚਾਹੁਣ ਵਾਲੇ ਨਾ ਹੋਣ ਨਾ ਤਾਂ ਰੱਬ ਦੀ ਕਦਰ ਨਹੀਂ ਹੁੰਦੀ। ਇਸ ਕਰਕੇ ਕਹਿੰਦੇ ਅੱਜ ਮੈਂ ਜੇ ਸਾਬਰਕੋਟੀਆਂ ਬੇਟਾ ਇਹਨਾਂ ਦੀ ਬਦੌਲਤ ਹੋ ਸਕਦਾ, ਇਹਨਾਂ ਦੀ ਦੁਆਵਾਂ ਨਾਲ ਮੈਂ ਠੀਕ ਹੋ ਜਾਵਾਂ। ਤਾਂ ਉਹ ਕਿੱਸਾ ਸੀ ਉਸ ਟਾਈਮ ਦਾ। ਅੱਛਾ, ਆਖਰ ਜਦ ਟਾਈਮ ਸੀ ਤੁਹਾਡੇ ਨਾਲ ਬਤੀਤ ਕੀਤਾ ਸੀ, ਕੋਈ ਐਸੀ ਯਾਦ ਹੋਵੇ ਜਿਹੜੀ ਅੱਜ ਵੀ ਤੁਸੀਂ ਯਾਦ ਕਰਕੇ ਕਈ ਵਾਰ ਰੋ ਲੈਂਦੇ ਹੋਵੋ? ਕਿਉਂਕਿ ਕਈ ਵਾਰ ਜਿਵੇਂ ਹੁਣ ਤੁਹਾਡੇ ਵਾਈਫ ਨੂੰ ਵੀ ਨੇ, ਤੁਹਾਡੇ ਪਰਿਵਾਰ, ਤੁਹਾਡਾ ਵੱਡਾ ਪਰਿਵਾਰ ਆ ਹੁਣ, ਪਰ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਬੰਦਾ ਕਿਸੇ ਨਾਲ ਸਾਂਝੀਆਂ ਨਹੀਂ ਕਰਦਾ, ਦਿਲ ਦੇ ਵਿੱਚ ਬਸ ਉਹ ਦੱਬ ਕੇ ਰੱਖ ਲੈਂਦਾ ਵੀ ਆਹ ਚੀਜ਼ ਮੇਰੀ ਜਿਹੜੀ ਮੇਰੇ ਬਾਪ ਦੀ ਜਿਹੜੀ ਯਾਦ ਹੈ ਇਹ ਇੱਥੇ ਤੱਕ ਹੀ ਸੀਮਿਤ। ਯਾਦਾਂ ਤਾਂ ਬਹੁਤ ਸਾਰੀਆਂ ਨੇ ਜੀ, ਮਤਲਬ ਕਿ ਇੱਕ ਪੂਰੀ ਕਹਿ ਲਓ ਵੀ ਤੁਸੀਂ ਇੱਕ ਗ੍ਰੰਥ ਬਣ ਸਕਦਾ ਜਿੰਨੀਆਂ ਯਾਦਾਂ ਨੇ। ਬਟ ਉਹਨਾਂ ਨੇ ਆਖਰੀ ਟਾਈਮ ਤੱਕ ਉਹਨਾਂ ਨੇ ਮੈਨੂੰ ਇੱਕੋ ਗੱਲ ਸਮਝਾਈ ਕਿ ਬੇਟਾ ਨੀਵੇਂ ਹੋ ਕੇ ਰਹਿਣਾ। ਅਤੇ ਮੈਂ ਉਹਨਾਂ ਦੇ ਨਾਲ ਮੇਰੀ ਕੋਈ ਗੱਲ ਚੱਲਦੀ ਸੀ ਉਹਨਾਂ ਦੇ ਨਾਲ, ਤਾਂ ਉਹ ਮੈਂ ਡੈਡੀ ਨੂੰ ਕੁਐਸਚਨ ਪੁੱਟ ਕੀਤਾ। ਉਦੋਂ ਹੋਸਪਿਟਲ ਦੇ ਵਿੱਚ ਸੀਗੇ ਅਸੀਂ, ਰਾਤ ਨੂੰ ਸੌਂਦੇ ਤਾਂ ਹੁੰਦੇ ਨਹੀਂ ਸੀ, ਮੈਨੂੰ ਤਾਂ ਆਦਤ ਹੋ ਗਈ ਸੀਗੀ। ਉਹਨਾਂ ਨੇ ਰਾਤ ਨੂੰ ਮੇਰੇ ਨਾਲ ਗੱਲਾਂ ਕਰੀ ਜਾਣੀਆਂ, ਮੈਨੂੰ ਕਹਿਣਾ ਖਾਨ ਸਾਹਿਬ ਗੁਲਾਮ ਅਲੀ ਸਾਹਿਬ ਦੀ ਆਹ ਗਜ਼ਲ ਸੁਣਾ ਮੈਨੂੰ ਮਾੜਾ ਜਿਹਾ, ਆਹ ਸੁਣਾ ਉਹ ਸੁਣਾ। ਹੋਸਪਿਟਲ ਦੇ ਵਿੱਚ ਵੀ ਇੱਕ ਸਾਈਡ ਮਤਲਬ ਉਹਨਾਂ ਨੂੰ ਡ੍ਰਿਪ ਲੱਗਾ ਹੁੰਦਾ ਸੀਗਾ ਜਾਂ ਬਲੱਡ ਚੜ੍ਹ ਰਿਹਾ ਹੁੰਦਾ ਸੀਗਾ।
ਇੱਕ ਸਾਈਡ ਉਹਨਾਂ ਨੇ ਮੈਨੂੰ ਖੜਾ ਕੀਤਾ ਹੁੰਦਾ ਸੀ ਪੈਰਾਂ ਵੱਲ, ਮੈਂ ਕਦੀ ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰੀ ਜਾਣੀ, ਕਦੀ ਹੱਥਾਂ ਦੀ ਕਰੀ ਜਾਣੀ। ਬਿਕੋਜ਼ ਡਾਕਟਰ ਜਿਹੜਾ ਸੀ ਸਾਡਾ, ਉਹਨੇ ਇਹ ਗੱਲ ਕਹੀ ਸੀ ਕਿ ਯਾਰ ਇਹ ਫਿਜ਼ੀਕਲੀ ਇਲ ਨਹੀਂ ਹੈਗੇ, ਇਹਨਾਂ ਦੇ ਮਨ ਦੇ ਅੰਦਰ ਕੋਈ ਗੱਲ ਹੈਗੀ ਹੈ, ਉਹਦਾ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਇੱਦਾਂ ਦਾ ਕਰ ਲਿਆ ਹੋਇਆ। ਬਟ ਅਗਰ ਇਹਨਾਂ ਨੇ ਆਪਣੇ ਆਪ ਨੂੰ ਬੰਨ੍ਹ ਕੇ ਰੱਖਿਆ ਹੋਇਆ, ਉਹ ਸਿਰਫ ਤੇਰਾ ਕਰਕੇ ਬੰਨਿਆ ਹੋਇਆ। ਤੁਸੀਂ ਜਿਹੜੇ 2-4 ਲੋਕ ਤੁਸੀਂ ਲਾਗੇ ਆ, ਇਹਨਾਂ ਦੇ ਸਾਹਮਣੇ ਕਿਸੇ ਨੇ ਰੋਣਾ ਨਹੀਂ। ਉਹਨਾਂ ਦੀਆਂ ਗੱਲਾਂ ਐਸੀਆਂ ਹੁੰਦੀਆਂ ਸੀਗੀਆਂ, ਔਰ ਮਤਲਬ ਕਿ ਗੱਲਾਂ ਵੀ ਐਸੀਆਂ ਹੁੰਦੀਆਂ ਸੀਗੀਆਂ ਕਿ ਪੱਥਰ ਵੀ ਰੋ ਪਵੇ। ਔਰ ਮੈਂ ਆਪਣੇ ਆਪ ਨੂੰ ਇੰਨਾ ਬੰਨਿਆ ਹੁੰਦਾ ਸੀਗਾ, ਮੈਂ ਨੋਟ ਕਰਨਾ, ਮੈਂ ਦੇਖਣਾ, ਗੱਲਾਂ ਤਾਂ ਅੰਦਰ ਚੱਲੀ ਜਾਣੀਆਂ ਮੇਰੇ। ਮੈਂ ਕੀ ਕਰਦਾ ਹੁੰਦਾ ਸੀਗਾ, ਜਦੋਂ ਉਹਨਾਂ ਨੇ ਸੌਂ ਜਾਣਾ ਮੈਡੀਸਨ ਲੈ ਕੇ, ਮੈਂ ਵਾਸ਼ਰੂਮ 'ਚ ਵੜ ਕੇ ਰੋਂਦਾ ਹੁੰਦਾ ਸੀਗਾ। ਤਾਂ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਮੈਂ ਉਹਨਾਂ ਦੇ ਨਾਲ ਗੱਲ ਕੀਤੀ, ਮੈਂ ਕਿਹਾ ਡੈਡੀ ਵੀ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਨਾ ਅਸੀਂ ਕੋਈ ਨੈਗੇਟਿਵ ਕਮੈਂਟ ਕਰਦੇ ਹਾਂ। ਫਿਰ ਵੀ ਇੰਨਾ ਪਿਆਰ ਦੇਣ ਦੇ ਬਾਵਜੂਦ ਵੀ, ਇੰਨਾ ਸਤਿਕਾਰ ਦੇਣ ਦੇ ਬਾਵਜੂਦ ਵੀ ਲੋਕ ਸਾਡੇ ਬਾਰੇ ਮੰਦਾ ਚੰਗਾ ਕਿਉਂ ਬੋਲਦੇ ਆ। ਅਤੇ 2-3 ਮਿੰਟ ਕੁਛ ਬੋਲੇ ਨਹੀਂ। ਮੈਨੂੰ ਕਹਿੰਦੇ ਬੇਟਾ ਤੈਨੂੰ ਇੱਕ ਗੱਲ ਦਾ ਪਤਾ? ਮੈਂ ਕਿਹਾ ਜੀ ਕੀ? ਕਹਿੰਦੇ ਕਦੀ ਦਰਖਤ ਦੇਖਿਆ ਜਿਹਨੂੰ ਫਲ ਲੱਗੇ ਹੋਣ? ਮੈਂ ਕਿਹਾ ਜੀ ਦੇਖਿਆ। ਕਹਿੰਦੇ ਉਹ ਦਰਖਤ ਜਿਹੜਾ ਫਲ ਆ ਉਹ ਦਰਖਤ ਵਾਸਤੇ ਹੁੰਦਾ ਕਿ ਸਾਡੇ ਵਾਸਤੇ ਹੁੰਦਾ? ਮੈਂ ਕਿਹਾ ਜੀ ਸਾਡੇ ਵਾਸਤੇ ਹੁੰਦਾ। ਕਹਿੰਦੇ ਬਟ ਲੋਕ ਪੱਥਰ ਤਾਂ ਮਾਰਦੇ ਆ ਨਾ ਉਹਦੇ? ਮੈਂ ਕਿਹਾ ਜੀ ਬਿਲਕੁਲ ਮਾਰਦੇ ਆ। ਕਹਿੰਦੇ ਦਰਖਤ ਪੱਥਰ ਖਾ ਕੇ ਉਹਨਾਂ ਨੂੰ ਕੀ ਦਿੰਦਾ? ਮੈਂ ਕਿਹਾ ਜੀ ਫਲ ਦਿੰਦਾ। ਕਹਿੰਦੇ ਬਸ ਅਸੀਂ ਦਰਖਤ ਹੀ ਹਾਂ, ਉਹਨਾਂ ਨੂੰ ਪੱਥਰ ਮਾਰੀ ਜਾਣਦੇ, ਅਸੀਂ ਫਲ ਦੇਈ ਜਾਣਾ, ਕੋਈ ਗੱਲ ਨਹੀਂ। ਉਹ ਆਪਣਾ ਕਰਮ ਕਰਦੇ ਆ, ਮਾਲਕ ਨੇ ਉਹਨਾਂ ਨੂੰ ਆਪਣਾ ਕਰਮ ਕਰਨ ਲਈ ਲਗਾਇਆ ਹੋਇਆ, ਅਸੀਂ ਆਪਣਾ ਕਰਮ ਕਰੀ ਜਾਣਾ। ਤਾਂ ਉਹਨਾਂ ਦੀਆਂ ਗੱਲਾਂ ਐਂਡ ਟਾਈਮ ਦੇ ਵਿੱਚ ਵੀ ਇਹੀ ਸੀਗੀਆਂ, ਇਹੀ ਗੱਲਾਂ ਜਿਹੜੀਆਂ ਮੇਰੇ ਮਾਇੰਡ 'ਚ ਚੱਲਦੀਆਂ ਰਹਿੰਦੀਆਂ ਉਹਨਾਂ ਦੀਆਂ। ਅੱਛਾ, ਕਦੇ ਤੁਹਾਡੇ ਸਾਹਮਣੇ ਜਿਵੇਂ ਐਂਡ ਦੇ ਵਿੱਚ ਬੰਦਾ ਬਿਮਾਰ ਹੋ ਜਾਂਦਾ ਨਾ, ਤਾਂ ਕਈ ਵਾਰ ਆਮ ਤੌਰ 'ਤੇ ਮੈਂ ਬਿਮਾਰ ਹੋ ਜਾ ਤਾਂ ਮੈਨੂੰ 4 ਖੂਨ ਦੀਆਂ ਬੋਤਲਾਂ ਚੜ੍ਹਾ ਦੇਣਗੇ, ਫਿਰ ਵੀ ਮੇਰੇ ਮਨ ਦੇ ਵਿੱਚ ਐਂ ਹੋਊਗਾ ਵੀ ਯਾਰ ਮੈਂ ਠੀਕ ਨਹੀਂ ਹੋਣਾ। ਪਰ ਸਾਬਰਕੋਟੀ ਸਾਹਿਬ ਜਿਵੇਂ ਐਂਡ ਦੇ ਟਾਈਮ ਦੇ ਵਿੱਚ, ਜਿਵੇਂ ਤੁਸੀਂ ਦੱਸ ਰਹੇ ਹੋ ਵੀ ਜ਼ਿੰਦਾ ਦਿਲੀ ਪੂਰੀ ਸੀਗੀ, ਕਦੇ ਐਂ ਤਾਂ ਨਹੀਂ ਹੋਇਆ ਵੀ ਤੁਹਾਡੇ ਸਾਹਮਣੇ ਡੋਲਣ ਦੀ, ਜਾਂ ਪਰਿਵਾਰ ਸਾਹਮਣੇ ਡੋਲਣ ਦੀ ਕੋਸ਼ਿਸ਼ ਕੀਤੀ ਹੋਵੇ? ਬਹੁਤ ਵਾਰ ਹੋ ਵੀ ਜਾਂਦਾ ਸੀ। ਬਿਕੋਜ਼ ਇੱਕ ਆਰਟਿਸਟ ਜਿਹੜਾ ਹੈ, ਚਾਹੇ ਉਹ ਗਵਈਆ ਹੈ, ਚਾਹੇ ਉਹ ਐਕਟਰ ਹੈ, ਉਹ ਇੱਕ ਪਰਿੰਦੇ ਵਰਗਾ ਹੁੰਦਾ ਹੈ। ਉਹਨੂੰ ਤੁਸੀਂ ਪਿੰਜਰੇ 'ਚ ਨਹੀਂ ਤਾੜ ਕੇ ਰੱਖ ਸਕਦੇ। ਐਂਡ ਦੈਟ ਟਾਈਮ ਟਰੀਟਮੈਂਟ ਡੈਡੀ ਦਾ 1 ਮਹੀਨੇ ਤੋਂ ਮੇਰਾ ਖਿਆਲ ਉੱਪਰ ਹੀ ਚੱਲਿਆ ਸੀਗਾ। ਔਰ ਉਹ ਇਰੀਟੇਟ ਹੋਣ ਲੱਗ ਗਏ ਸੀਗੇ ਕਿ ਡੇਲੀ ਉਹੀ ਕਮਰਾ, ਡੇਲੀ ਉਹੀ ਚੀਜ਼ਾਂ, ਸੇਮ ਉਹੀ ਚਿਹਰੇ। ਕਿਉਂਕਿ ਇੱਕ ਹੈਬਿਟ ਹੋ ਜਾਂਦੀ ਆ ਆਰਟਿਸਟ ਦੀ ਕਿ ਕਦੀ ਉਹ ਕਿਤੇ ਜਾ ਰਿਹਾ, ਕਦੀ ਕਿਤੇ ਸ਼ੋਅ 'ਤੇ ਆ ਗਿਆ, ਕਦੀ ਕਿਤੇ ਇੰਟਰਵਿਊਜ਼ 'ਤੇ ਆ ਗਿਆ, ਕਦੀ ਕਿਤੇ ਸ਼ੂਟ ਹੈ, ਕਦੀ ਕਿਤੇ ਰਿਕਾਰਡਿੰਗ ਹੈ। ਉਹਨਾਂ ਦਾ ਨੇਚਰ ਥੋੜ੍ਹਾ ਜਿਹਾ ਚੇਂਜ ਵੀ ਨਹੀਂ ਕਹਿ ਸਕਦੇ ਆਪਾਂ, ਮਤਲਬ ਪ੍ਰੋਪਰ ਬੱਚਿਆਂ ਵਰਗਾ ਹੋ ਗਿਆ ਸੀਗਾ, ਜਿੱਦਾਂ ਇੱਕ ਬੱਚਾ ਹੋਸਪਿਟਲ ਦੇ ਵਿੱਚ ਬਿਹੇਵ ਕਰਦਾ। ਬਟ ਇੱਦਾਂ ਵੀ ਹੋ ਜਾਂਦਾ ਸੀਗਾ ਕਿ ਕਿਸੇ ਟਾਈਮ ਜਦੋਂ ਉਹਨਾਂ ਨੂੰ ਫੀਲ ਹੁੰਦਾ ਸੀ ਕਿ ਯਾਰ ਇਹ ਹੁਣ ਇਮੋਸ਼ਨਲ ਹੋ ਗਿਆ, ਜਾਂ ਇਹ ਘਬਰਾ ਗਿਆ, ਜਾਂ ਇਹ ਕੰਫਰਟੇਬਲ ਨਹੀਂ ਹੈ, ਉਹ ਫਿਰ ਹਾਲਾਂਕਿ ਆਪ ਬੈੱਡ 'ਤੇ ਹੁੰਦੇ ਸੀਗੇ ਬਟ ਮੈਨੂੰ ਹੌਸਲਾ ਦਿੰਦੇ ਹੁੰਦੇ ਸੀਗੇ, ਓਏ ਸਾਬਰਕੋਟੀ ਨੂੰ ਸਾਰੇ ਬੱਬਰ ਸ਼ੇਰ ਗਵਈਆ ਕਹਿੰਦੇ, ਤੂੰ ਬੱਬਰ ਸ਼ੇਰ ਦਾ ਪੁੱਤ ਹੈ, ਘਬਰਾਉਣਾ ਨਹੀਂ ਬੇਟਾ, ਘਬਰਾਉਣਾ ਨਹੀਂ। ਮੈਂ ਕਿਤੇ ਘਬਰਾਉਣਾ ਜੀ, ਮੈਂ ਨਾਲ ਹੀ ਹਾਂ ਤੁਹਾਡੇ। ਤਾਂ ਜਦੋਂ ਉਹਨਾਂ ਨੇ ਮੈਂ ਫਿਰ ਉਹਨਾਂ ਨੂੰ ਗੱਲਾਂ 'ਚ ਬਿਜ਼ੀ ਕਰ ਲੈਣਾ, ਕਦੀ ਮਾਲਿਸ਼ ਕਰੀ ਜਾਣੀ, ਕਦੀ ਕੁਛ, ਕਦੀ ਇੱਧਰ ਉੱਧਰ ਦੀਆਂ ਗੱਲਾਂ ਐਵੇਂ ਜਿਵੇਂ ਕਰਕੇ। ਤਾਂ ਉਹ ਮਤਲਬ ਉਹ ਐਸੇ ਮੂਮੈਂਟਸ ਨੇ ਲਾਈਫ ਦੇ, ਉਹ ਸਾਰੀ ਜ਼ਿੰਦਗੀ ਜਿਹੜੇ ਆ ਨਾ, ਉਹ ਮਤਲਬ ਪ੍ਰਿੰਟ ਹੋ ਗਏ ਅੰਦਰ, ਉਹ ਨਿਕਲ ਨਹੀਂ ਸਕਦੇ ਕਦੀ। ਅਤੇ ਬਸ ਕਈ ਗੱਲਾਂ ਨੇ, ਕਈ ਗੱਲਾਂ ਸੀ ਉਹਨਾਂ ਦੀਆਂ, ਔਰ ਕਈ ਗੱਲਾਂ ਹੈਗੀਆਂ ਵੀ ਨੇ ਹੁਣ ਵੀ, ਕਿਉਂਕਿ ਮੈਂ ਤਾਂ ਮੰਨਦਾ ਨਹੀਂ। ਮੈਂ ਤਾਂ ਇਹੀ ਕਹਿੰਦਾ ਹੁੰਦਾ ਸਾਰਿਆਂ ਨੂੰ ਕਿ ਉਹ ਫਿਜ਼ੀਕਲੀ ਚਲੇ ਗਏ ਆ, ਸਪਿਰਿਚੁਅਲੀ ਸਾਡੇ ਨਾਲ ਨੇ। ਕਿਉਂਕਿ ਮੈਂ ਕਿਤੇ ਵੀ ਜਾਂਦਾ ਹਾਂ, ਚਾਹੇ ਉਹ ਕਿਤੇ ਸ਼ੋਅ ਕਰਨ ਜਾ ਰਹੇ ਹਾਂ, ਕਿਸੇ ਦੇ ਘਰ ਜਾ ਰਹੇ ਹਾਂ, ਜਾਂ ਐਨੀਵੇਅਰ, ਮੈਨੂੰ ਇੰਨਾ ਪਿਆਰ ਮਿਲਦਾ ਹੈ। ਕਿਉਂ ਮਿਲਦਾ ਹੈ? ਸਿਰਫ ਉਹਨਾਂ ਦੀ ਬਦੌਲਤ। ਕਿਉਂਕਿ ਸਾਡੇ ਹਿੱਸੇ ਦਾ, ਮੈਂ ਸਮਝਦਾ ਕਿ ਸਾਡੇ ਹਿੱਸੇ ਦਾ ਸਟਰਗਲ ਵੀ ਉਹਨਾਂ ਨੇ ਕਰ ਲਿਆ ਸਾਰਾ ਜੀ। ਅੱਛਾ ਬਾਈ, ਹੁਣ ਮੈਂ ਕਹਿਣਾ ਵੀ ਸਾਬਰਕੋਟੀ ਸਾਹਿਬ ਦਾ ਕੋਈ ਇੱਕ ਗੀਤ ਹੋ ਜੇ। ਹੁਣ ਮੈਂ ਤੁਹਾਡੀ ਆਵਾਜ਼ ਵੀ ਸੁਣਨੀ ਚਾਹੁੰਦਾ, ਕਿਉਂਕਿ ਵਫਾਵਾਂ ਗਾਣਾ ਆਇਆ ਸੀਗਾ, ਉਸ ਤੋਂ ਬਾਅਦ ਹੁਣ ਮੈਂ ਚਾਹੁੰਦਾ ਵਫਾਵਾਂ ਤੋਂ ਪਹਿਲਾਂ ਇੱਕ ਸਾਬਰਕੋਟੀ ਸਾਹਿਬ ਦਾ ਕੋਈ ਗਾਣਾ, ਹੰਝੂਆਂ ਦੇ ਵਿੱਚ ਗਮ ਪਾ ਕੇ ਪੀਣਾ ਸਿੱਖ ਲਿਆ। ਮੈਂ ਜ਼ਰੂਰ ਸੁਣਾਉਣਾ ਜੀ। ਗਲਾ ਥੋੜ੍ਹਾ ਉੱਦਾਂ ਸਰਦੀ ਜ਼ੁਕਾਮ ਕਰਕੇ ਸਾਥ ਨਹੀਂ ਦੇ ਰਿਹਾ, ਮੈਂ ਕੋਸ਼ਿਸ਼ ਕਰਦਾ ਜੀ। ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ, ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ। ਜਾਵੇ ਕਦਰੇ ਤੇਰੇ ਬਾਝੋਂ, ਜਾਵੇ ਕਦਰੇ ਤੇਰੇ ਬਾਝੋਂ ਜੀਣਾ ਸਿੱਖ ਲਿਆ, ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ, ਪੀਣਾ ਸਿੱਖ ਲਿਆ। ਅੱਛਾ ਬਾਈ, ਇੱਕ ਗੱਲ ਮੈਨੂੰ ਦੱਸੋ, ਕਿਉਂਕਿ ਸਟੇਜ 'ਤੇ ਜਦ ਕਲਾਕਾਰ ਹੁੰਦਾ ਨਾ, ਕਲਾਕਾਰ ਕਹਿੰਦੇ ਪਿਆਰ ਦਾ ਭੁੱਖਾ ਹੁੰਦਾ। ਜਿਵੇਂ ਪਹਿਲਾਂ ਮੈਂ ਖੂਨ ਦੀ ਬੋਤਲ ਦੀ ਗੱਲ ਕੀਤੀ,
ਵੀ ਕਹਿੰਦੇ ਕਲਾਕਾਰ ਜੇ ਕਹਿੰਦੇ ਹੁਣ ਮੇਰੇ ਵਰਗੇ ਨੂੰ ਜੇ ਮੈਨੂੰ ਕੋਈ ਪ੍ਰੋਬਲਮ ਆ ਜੇ 4 ਬੋਤਲਾਂ ਖੂਨ ਦੀਆਂ ਚੜ ਜਾਂਦੀਆਂ ਨੇ ਤਾਂ ਮੈਂ ਠੀਕ ਹੋ ਜਾਊਂਗਾ, ਪਰ ਕਲਾਕਾਰ ਕਹਿੰਦੇ ਬਿਮਾਰ ਹੋਵੇ ਤਾਂ ਉਹਨੂੰ ਬੋਤਲਾਂ ਦਾ ਨਹੀਂ, ਉਹਨੂੰ ਤਾੜੀਆਂ ਦੀ ਜ਼ਰੂਰਤ ਹੁੰਦੀ ਹੈ। ਵੀ ਕਲਾਕਾਰ ਪਿਆਰ ਦਾ ਇੰਨਾ ਭੁੱਖਾ ਹੁੰਦਾ ਹੈ। ਜਦ ਸਾਬਰਕੋਟੀ ਸਾਹਿਬ ਬਿਮਾਰ ਸੀਗੇ ਉਹ ਟਾਈਮ ਦੇ ਵਿੱਚ ਜਿਵੇਂ ਸਟੇਜਾਂ ਦੇ ਤਾਂ ਖੜ੍ਹ ਕੇ ਬਹੁਤ ਵੱਡੇ ਵੱਡੇ ਲਲਕਾਰੇ ਮਾਰ ਕੇ ਲੋਕ ਕਲਾਕਾਰ ਕਹਿ ਦਿੰਦੇ ਨੇ, ਪਿੱਠ ਥਾਪੜ ਕੇ ਕਹਿੰਦੇ ਨੇ ਮੈਂ ਤੇਰੇ ਨਾਲ ਖੜਾ ਆ, ਮਾੜੇ ਟਾਈਮ 'ਚ ਜਦ ਮਰਜ਼ੀ ਯਾਦ ਕਰ ਲਈ, ਅੱਧੀ ਰਾਤ ਨੂੰ ਫੋਨ ਕਰ ਲਈ, ਮੈਂ ਤੇਰੇ ਨਾਲ ਖੜਾ ਆ। ਖੜੇ ਸੀ ਫਿਰ ਉਹ ਟਾਈਮ ਜਦ ਅਸਲ ਦੇ ਵਿੱਚ ਲੋੜ ਸੀਗੀ ਪਰਿਵਾਰ ਨੂੰ। ਅਕਸਰ ਬਜ਼ੁਰਗਾਂ ਤੋਂ ਮੈਂ ਸੁਣਿਆ ਕਰਦਾ ਸੀ, ਆਪਣੇ ਦਾਦਾ ਜੀ ਤੋਂ, ਕਿ ਬੇਟਾ ਅਸਲ ਜਿਹੜਾ ਬੰਦਾ ਹੁੰਦਾ ਨਾ ਉਹਦੇ ਨਾਲ ਜਿਹੜੇ ਬੰਦੇ ਖੜਨ ਵਾਲੇ ਹੁੰਦੇ ਆ, ਸੁੱਖ 'ਚ ਸਾਰੇ ਆ ਜਾਂਦੇ ਆ। ਸੁੱਖ ਦੇ ਵਿੱਚ ਉਹ ਇਨਸਾਨ ਵੀ ਆਏਗਾ ਜਿਹਨੇ ਤੁਹਾਡੇ ਪਰਛਾਵੇਂ ਨੂੰ ਵੀ ਨਹੀਂ ਹੱਥ ਲਗਾਇਆ ਹੋਏਗਾ, ਲੇਕਿਨ ਅਸਲ ਮਾਇਨੇ 'ਚ ਇਨਸਾਨ ਜਾਂ ਬੰਦਾ ਉਹ ਹੁੰਦਾ ਜਿਹੜਾ ਦੁੱਖ 'ਚ ਖੜਾ ਹੋਵੇ। ਔਰ ਨੋ ਡਾਊਟ ਦੁੱਖ ਦੇ ਵਿੱਚ ਲੋਕ ਖੜੇ ਵੀ ਹੋਏ, ਲੇਕਿਨ ਖੜੇ ਉਹ ਹੋਏ ਜਿਨ੍ਹਾਂ ਨੇ ਇੱਕ ਵਾਰੀ ਨਹੀਂ ਕਿਹਾ ਵੀ ਅਸੀਂ ਤੁਹਾਡੇ ਨਾਲ ਆ, ਜਿਨ੍ਹਾਂ ਤੋਂ ਉਮੀਦ ਨਹੀਂ ਸੀ। ਹਾਂ, ਔਰ ਜਿਨ੍ਹਾਂ ਤੋਂ ਉਮੀਦ ਸੀ ਉਹਨਾਂ ਦੇ ਚਿਹਰੇ ਵੀ ਬਦਲ ਗਏ, ਰਿਸ਼ਤੇ ਵੀ ਬਦਲ ਗਏ, ਸਾਰਾ ਕੁਝ ਬਦਲ ਗਿਆ। ਤਾਂ ਬਾਕੀ ਗਿਲਾ ਨਹੀਂ ਹੈ ਉਹਨਾਂ ਤੋਂ ਕੋਈ ਮੈਨੂੰ। ਅਕਸਰ ਲੋਕ ਮਨ ਦੇ ਅੰਦਰ ਆਪਣੀ ਗਿਲਾ ਰੱਖ ਲੈਂਦੇ ਕਿ ਯਾਰ ਆ ਫਲਾਣੇ ਬੰਦੇ ਨੇ ਯਾਰ ਮੇਰੀ ਇਸ ਟਾਈਮ 'ਤੇ ਹੈਲਪ ਨਹੀਂ ਕੀਤੀ, ਅਤੇ ਹਾਂ ਗਰਜ ਰੱਖ ਲੈਂਦੇ ਇੱਕ ਮਨ ਦੇ ਅੰਦਰ। ਬਟ ਮੇਰੇ ਅੰਦਰ ਹੈ ਨਹੀਂ। ਉਹਦਾ ਕਾਰਨ ਕੀ ਹੈ ਕਿ ਇਹ ਦੁਨੀਆ ਹੈ। ਦੁਨੀਆ ਜਿਹੜੀ ਹੈ ਇੱਕ ਫੁਲਵਾੜੀ ਵਰਗੀ ਹੈ, ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਨੇ। ਇਹ 'ਚ ਕੰਡੇ ਵਾਲੇ ਵੀ ਮਿਲਣੇ ਆ, 'ਚ ਮਹਿਕ ਵਾਲੇ ਵੀ ਮਿਲਣੇ ਆ। ਔਰ ਖ਼ਾਸ ਕਰਕੇ ਉਹਨਾਂ ਲੋਕਾਂ ਤੋਂ ਗਿਲਾ ਇਸ ਕਰਕੇ ਨਹੀਂ ਹੈ ਬਿਕੋਜ਼ ਉਹ ਜਦੋਂ ਜਿਨ੍ਹਾਂ ਨੂੰ ਆਪਾਂ ਲਾਈਫ ਦੇ ਵਿੱਚ ਹੀ ਨਹੀਂ ਰੱਖਦੇ, ਉਹਨਾਂ ਦੇ ਨਾਲ ਗਿਲਾ ਕਰਕੇ ਆਪਾਂ ਕੀ ਕਰਾਂਗੇ। ਉਹਨਾਂ ਨੇ ਆਪਣਾ ਰਸਤਾ ਬਦਲਿਆ, ਉਹਨਾਂ ਨੂੰ ਜਦੋਂ ਲੱਗਾ ਕਿ ਹਾਂ ਠੀਕ ਹੈ ਯਾਰ ਹੁਣ ਇਹ ਬੰਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਦੇ ਸਕਦਾ ਜਾਂ ਜੋ ਵੀ ਹੈ ਵਾਟ ਐਵਰ, ਤਾਂ ਗਿਲਾ ਕਰਨਾ ਹੀ ਛੱਡ ਦਿੱਤਾ। ਹਾਂ, ਉਹਦਾ ਇੱਕ ਆਪਣਾ ਮਾਈਂਡ ਸੈੱਟ ਜਿਹੜਾ ਉਹ ਆਪਣੇ ਆਪ ਨੂੰ ਕੰਮ ਵੱਲ ਕਰ ਦਿੱਤਾ ਸੀ ਕਿ ਕੰਮ ਕਰੀਏ। ਠੀਕ ਹੈ, ਪਬਲਿਕ ਬਹੁਤ ਤਰ੍ਹਾਂ ਦੀ ਤੁਹਾਡੀ ਲਾਈਫ ਦੇ ਵਿੱਚ ਆਏਗੀ ਔਰ ਹਰ ਬੰਦਾ ਕੁਛ ਨਾ ਕੁਛ ਸਿਖਾ ਕੇ ਜਾਂਦਾ। ਮੈਂ ਤਾਂ ਧੰਨਵਾਦ ਕਰਦਾ ਹੁੰਦਾ ਉਹਨਾਂ ਬੰਦਿਆਂ ਦਾ ਵੀ ਜੇ ਉਹ ਮੇਰੀ ਲਾਈਫ ਦੇ ਵਿੱਚ ਨਾ ਆਉਂਦੇ ਤਾਂ ਸ਼ਾਇਦ ਮੈਂ ਸਿਆਣਾ ਨਾ ਹੁੰਦਾ। ਅੱਛਾ, ਪਰ ਸਾਬਰਕੋਟੀ ਸਾਹਿਬ ਐਂਡਲੇ ਟਾਈਮ ਦੇ ਵਿੱਚ ਉਹਨਾਂ ਨੂੰ ਤਾਂ ਉਡੀਕ ਹੋਊਗੀ ਨਾ, ਕਿਉਂਕਿ ਪਿਆਰ ਬਹੁਤ ਪਿਆ ਹੁੰਦਾ ਆ। ਕਿਉਂਕਿ ਅਕਸਰ ਜਦੋਂ ਕਹਿੰਦੇ ਬੰਦਾ ਪਿਆਰ ਦਾ ਭੁੱਖਾ ਹੁੰਦਾ ਆ, ਅਤੇ ਕਲਾਕਾਰ ਤਾਂ ਯਾਰ ਐਂਡ ਦੇ ਵਿੱਚ ਆਪਣੇ ਸਾਥੀ ਨੂੰ ਹੀ ਲੱਭਦਾ ਹੁੰਦਾ ਵੀ ਯਾਰ ਇੱਕ ਵਾਰ ਮੈਨੂੰ ਉਹਦੇ ਦਰਸ਼ਨ ਹੋ ਜਾਣ ਮੈਂ ਤਾਂ ਬਾਗੋ-ਬਾਗ ਹੋ ਜਾਊਂਗਾ। ਬਿਲਕੁਲ ਜੀ। ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਨੋ ਡਾਊਟ ਬਿਮਾਰ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਮਿਲੇ ਵੀ ਆ ਕੇ ਉਹਨਾਂ ਨੂੰ, ਖਾਸ ਕਰਕੇ ਜਿਹੜੇ ਕਲੋਜ਼ ਸੀਗੇ। ਬਟ ਜਦੋਂ ਆਪਾਂ ਅੰਡਰ ਡਾਕਟਰ ਦੇ ਓਬਜ਼ਰਵੇਸ਼ਨ ਰਹਿੰਦੇ ਹਾਂ ਤਾਂ ਫਿਰ ਬਹੁਤ ਸਾਰੀ ਗਾਈਡਲਾਈਨਸ ਨੂੰ ਫੋਲੋ ਕਰਨਾ ਪੈਂਦਾ। ਡਾਕਟਰ ਨੇ ਸਾਨੂੰ ਸਟ੍ਰਿਕਟਲੀ ਕਿਹਾ ਸੀਗਾ ਵੀ ਇਹਨਾਂ ਨੂੰ ਕੋਈ ਨਾ ਮਿਲੇ ਬਿਕੋਜ਼ ਇਹ ਥੋੜ੍ਹਾ ਜਿਹਾ ਮਨ ਇਹਨਾਂ ਦਾ ਡੋਲ ਰਿਹਾ ਹਾਲੇ, ਹੈ ਨਾ। ਔਰ ਅਸੀਂ ਨਹੀਂ ਚਾਹੁੰਦੇ ਵੀ ਦੇਖੋ ਇਹ ਪੰਜਾਬ ਦਾ ਇੱਕ ਕੋਹੀਨੂਰ ਹੀਰਾ ਹੈ ਔਰ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਨੂੰ ਕੁਛ ਹੋਵੇ। ਸਾਨੂੰ ਤਾਂ ਇਹਨਾਂ ਦੀ ਜ਼ਰੂਰਤ ਹੈ ਔਰ ਪੰਜਾਬੀ ਸੱਭਿਆਚਾਰ ਨੂੰ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਜਿਹੜੇ ਸਾਡੇ ਡਾਕਟਰ ਸਾਹਿਬ ਸੀਗੇ ਬਹੁਤ ਪਿਆਰ ਕਰਦੇ ਸੀ ਉਹ ਪੰਜਾਬੀ ਗਾਣੇ ਵਜਾਣੇ ਨੂੰ, ਖਾਸ ਕਰਕੇ ਸੱਭਿਆਚਾਰ ਨੂੰ। ਤਾਂ ਉਹਨਾਂ ਨੇ ਖਾਸ ਕਰਕੇ ਇਸ ਚੀਜ਼ ਦਾ ਖਿਆਲ ਰੱਖਿਆ ਸੀਗਾ। ਔਰ ਇੱਕ ਟਾਈਮ ਲਾਈਫ ਦੇ ਵਿੱਚ ਡੈਡੀ ਦੇ ਇੱਦਾਂ ਵੀ ਆਇਆ ਸੀਗਾ ਕਿ ਉਹ ਇਰੀਟੇਟ ਹੋਣ ਲੱਗ ਗਏ ਸੀਗੇ ਕਿਉਂਕਿ ਕੋਈ ਵੀ ਬੰਦਾ ਜਦੋਂ ਤੁਹਾਡਾ ਪਤਾ ਲੈਣ ਆਉਂਦਾ ਉਹ ਸੋਚ ਕੇ ਨਹੀਂ ਆਉਂਦਾ ਕਿ ਉਹ ਤੁਹਾਨੂੰ ਹਰਟ ਕਰੇਗਾ, ਬਟ ਲਫ਼ਜ਼ ਇੱਦਾਂ ਦੇ ਵਰਤ ਹੋ ਜਾਂਦੇ ਆ ਕਿ ਉਹ ਚੁੱਭ ਜਾਂਦੇ ਆ। ਡੈਡੀ ਨੂੰ ਇਹਦਾ ਫੀਲ ਹੋਣ ਲੱਗ ਗਿਆ ਸੀਗਾ। ਲੋਕ ਪਤਾ ਲੈਣ ਆਉਂਦੇ ਸੀਗੇ ਕਿ ਉਹ ਉਸਤਾਦ ਜੀ ਬੜਾ ਕਮਜ਼ੋਰ ਹੋ ਗਏ ਤੁਸੀਂ, ਉਸਤਾਦ ਜੀ ਇੱਦਾਂ, ਉਸਤਾਦ ਜੀ ਉੱਦਾਂ। ਹਾਲਾਂਕਿ ਉਹਨਾਂ ਦੀ ਕੋਈ ਭਾਵਨਾ ਨਹੀਂ ਸੀ ਡੈਡੀ ਨੂੰ ਤਕਲੀਫ ਦੇਣ ਦੀ ਨਾ, ਤਾਂ ਉਹਦਾ ਫਿਰ ਉਹਨਾਂ 'ਤੇ ਇਫੈਕਟ ਹੋਣ ਲੱਗ ਗਿਆ ਸੀਗਾ। ਉਹ ਫਿਰ ਆਪ ਹੀ ਥੋੜ੍ਹਾ ਜਿਹਾ ਉਹਨਾਂ ਦਾ ਨੇਚਰ ਵੀ ਬਿਮਾਰ ਹੋਣ ਕਰਕੇ, ਹਾਂ ਬਿਮਾਰ ਹੋਣ ਕਰਕੇ ਥੋੜ੍ਹਾ ਜਿਹਾ, ਵੈਸੇ ਵੀ ਨੈਚੁਰਲੀ ਅਸੀਂ ਵੀ ਬਿਮਾਰ ਹੋਵਾਂਗੇ, ਸਾਡਾ ਨੇਚਰ ਚਿੜਚਿੜਾ ਹੋ ਜਾਂਦਾ, ਉਦੋਂ ਹੋ ਗਏ ਸੀਗੇ ਉਹ ਥੋੜ੍ਹੇ ਜਿਹੇ। ਤਾਂ ਬਟ ਅਸੀਂ ਸਾਰੇ ਨਾਲ ਹੀ ਸੀਗੇ ਉਹਨਾਂ ਦੇ। ਐਟ ਦੈਟ ਟਾਈਮ ਆਈ ਵਾਜ਼ ਸਿੰਗਲ, ਆਈ ਵਾਜ਼ ਨਾਟ ਮੈਰਿਡ। ਬਟ ਮੇਰੀ ਪੱਕੀ ਡਿਊਟੀ ਹੁੰਦੀ ਸੀਗੀ, ਉਹ ਕਿਤੇ ਵੀ ਜਾਣਾ ਉਹਨਾਂ ਨੇ ਉਹਨੂੰ ਕਹਿਣਾ ਚੱਲ ਤੂੰ ਨਾਲ ਜਾਣਾ ਮੇਰੇ, ਮਤਲਬ ਇੱਕ ਬੱਚਿਆਂ ਵਰਗਾ ਨੇਚਰ ਹੋ ਗਿਆ ਸੀਗਾ ਉਹਨਾਂ ਦਾ। ਅੱਛਾ, ਕਹਿੰਦੇ ਜਦ ਬਾਪ ਦਾ ਸਾਇਆ ਸਿਰ 'ਤੇ ਹੁੰਦਾ ਨਾ ਤਾਂ ਬੰਦਾ ਕਹਿੰਦੇ ਦੁੱਗਣੀ ਨਹੀਂ ਤਿੱਗਣੀ ਚੌਗਣੀ ਉਡਾਰੀ ਮਾਰਦਾ ਵੀ ਕੋਈ ਫਿਕਰ ਹੀ ਫਾਕਾ ਨਹੀਂ ਹੁੰਦਾ, ਵੀ ਬੇਫਿਕਰੀ ਇੰਨੀ ਹੁੰਦੀ ਹੈ। ਫਿਰ ਕਿੰਨਾ ਕੁ ਔਖਾ ਹੋਇਆ ਬਾਈ ਵੀ ਜਿਵੇਂ ਸਾਬਰਕੋਟੀ ਸਾਹਿਬ ਸਦੀਵੀ ਵਿਛੋੜਾ ਦੇ ਕੇ ਗਏ, ਫਿਰ ਆਪਣੇ ਆਪ ਨੂੰ, ਕਿਉਂਕਿ ਜੇਠਾ ਪੁੱਤ ਸੀ ਪਰਿਵਾਰ ਦੇ ਵਿੱਚ, ਸਾਰੀ ਜ਼ਿੰਮੇਵਾਰੀ ਤੁਹਾਡੇ ਸਿਰ 'ਤੇ ਆ ਗਈ, ਕਿੰਨਾ ਕੁ ਔਖਾ ਰਿਹਾ ਫਿਰ? ਔਖਾ ਸਟਾਰਟਿੰਗ ਦੇ ਵਿੱਚ ਬਹੁਤ ਰਿਹਾ। ਬਹੁਤ ਸਾਰੇ ਐਸੇ ਮੇਰੇ ਯਾਰ ਬੇਲੀ ਸੀਗੇ, ਬਹੁਤ ਸਾਰੇ ਐਸੇ ਰਿਲੇਟਿਵਸ ਸੀਗੇ ਜਿਨ੍ਹਾਂ ਨੇ ਵਾਅਦੇ ਕੀਤੇ, ਬਹੁਤ ਵੱਡੇ ਵੱਡੇ ਦਾਅਵੇ ਕੀਤੇ, ਬਟ ਜਦੋਂ ਮੈਨੂੰ ਜ਼ਰੂਰਤ ਪਈ ਤਾਂ ਕਦੀ ਫੋਨ ਕਿਸੇ ਹੋਰ ਨੂੰ ਆਨਸਰ ਕਰਵਾ ਦੇਣਾ, ਕਦੀ ਕੁਛ ਬਹੁਤ ਵਾਰ ਹੋਇਆ। ਬਟ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਹਿਊਮਨ ਨੇਚਰ ਹੈ। ਅੱਜ ਕੱਲ੍ਹ ਤਾਂ ਇੱਕ ਇਨਸਾਨ ਦੀ ਜਿਹੜੀ ਫਿਤਰਤ ਆ ਉਹ ਇਹ ਹੋ ਚੁੱਕੀ ਹੈ ਕਿ ਇਨਸਾਨ ਬੰਦਾ ਜਦੋਂ ਮਰ ਵੀ ਜਾਂਦਾ ਨਾ ਉਹਦੇ ਤੋਂ ਵੀ ਫਾਇਦਾ ਲੈਣੇ ਤੋਂ ਬਾਅਦ ਨਹੀਂ ਆਉਂਦਾ। ਇਹ ਹੁਣ ਹੋ ਚੁੱਕਾ ਹੈ। ਔਰ ਉਸ ਵੇਲੇ
ਜਦੋਂ ਮੈਂ ਆਈ ਥਿੰਕ 2018 ਦੇ ਫੈਬ ਦੀ ਗੱਲ ਆ। ਫੈਬ ਦੇ ਵਿੱਚ ਮੈਂ ਪਹਿਲਾ ਸ਼ੋਅ ਕੀਤਾ ਸੀਗਾ ਅੱਛੀ ਤਰ੍ਹਾਂ ਨਾਲ। ਔਰ ਸਭ ਤੋਂ ਅਜੀਬ ਗੱਲ ਇਹ ਹੈ ਕਿ 25 ਜਨਵਰੀ ਨੂੰ ਡੈਡੀ ਦੀ ਬਰਸੀ ਹੁੰਦੀ ਹੈ, 25 ਫੈਬ ਨੂੰ ਮੇਰੀ ਲਾਈਫ ਦਾ ਪਹਿਲਾ ਸ਼ੋਅ ਸੀਗਾ ਜੋ ਮੈਂ ਪਰਫੋਰਮ ਕੀਤਾ ਸੀਗਾ ਡੈਡੀ ਤੋਂ ਬਿਨਾਂ, ਵਿਦਆਊਟ ਐਨੀ ਗਾਈਡੈਂਸ ਔਨ ਸਟੇਜ। ਔਰ ਤੀਸਰੀ 25 ਜਿਹੜੀ ਹੈ ਉਹ ਮਾਰਚ ਦੀ ਹੁੰਦੀ ਹੈ ਜਦੋਂ ਮੇਰਾ ਬਰਥਡੇ ਹੁੰਦਾ। ਇਹ 3/25 ਜਿਹੜੀ ਹੈ ਸਭ ਤੋਂ ਮੈਨੂੰ ਬੇਚੈਨ ਕਰ ਦੇਣ ਵਾਲੀਆਂ ਹੁੰਦੀਆਂ ਨੇ। ਔਰ ਇਹਨਾਂ 3/25 ਦੇ ਵਿੱਚ ਮੇਰੇ ਨਾਲ ਐਸੇ ਇੰਸੀਡੈਂਟਸ ਹੋਏ ਕਿ ਮੇਰੀ ਲਾਈਫ ਬਿਲਕੁਲ ਫਲਿੱਪ ਹੋ ਗਈ। ਜਿੰਨਾ ਮੈਂ ਇਮੈਚਿਓਰ ਸੀਗਾ, ਜਿੰਨਾ ਮੈਂ ਲੋਕਾਂ ਵੱਲ ਦੇਖਦਾ ਸੀ ਕਿ ਹਾਂ ਫਲਾਣਾ ਬੰਦਾ ਆ ਕੇ ਮੇਰੀ ਹੈਲਪ ਕਰੇਗਾ, ਉਦੋਂ ਮੈਨੂੰ ਸਮਝ ਲੱਗੀ ਇਹਨਾਂ 3 ਮਹੀਨਿਆਂ ਦੇ ਅੰਦਰ ਕਿ ਨਹੀਂ ਸੱਜਣਾ, ਲਾਈਫ ਤੇ ਤੈਨੂੰ ਆਪੇ ਹੀ ਤੁਰਨੀ ਪੈਣੀ ਹੈ। ਆਪਣੇ ਪੈਰ ਰੱਬ ਨੇ ਦਿੱਤੇ ਆ, ਤੁਰੋ। ਮੈਂ ਬਹੁਤ ਦੌੜ ਭੱਜ ਵੀ ਕੀਤੀ, ਬਹੁਤ ਸਿੱਖਿਆ ਵੀ ਟਿਲ ਨਾਊ। ਹੁਣ 4 ਸਾਲ ਹੋ ਗਏ ਆ, ਮੈਂ ਹੁਣ ਵੀ ਸਿੱਖ ਰਿਹਾ ਹਾਂ। ਔਰ ਲਾਈਫ ਜਿਹੜੀ ਅਲੱਗ-ਅਲੱਗ ਸਟੇਜਿਸ 'ਤੇ ਆ ਕੇ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਹੈ। ਖਾਸ ਕਰਕੇ ਇਹੋ ਜਿਹੇ ਲੋਕ, ਮੈਂ ਤਾਂ ਸਾਰਿਆਂ ਨੂੰ ਇਹ ਰਿਕੁਐਸਟ ਕਰਦਾ ਹੁੰਦਾ ਕਿ ਜਦੋਂ ਤੁਹਾਨੂੰ ਕੋਈ ਚੀਟ ਕਰਦਾ, ਕੋਈ ਧੋਖਾ ਦਿੰਦਾ, ਭਰਾਵਾਂ ਨੂੰ ਗਾਲਾਂ ਨਾ ਕੱਢਿਆ ਕਰੋ, ਉਹਦਾ ਧੰਨਵਾਦ ਕਰਿਆ ਕਰੋ। ਤੁਸੀਂ ਉਹਦਾ ਧੰਨਵਾਦ ਇਸ ਕਰਕੇ ਕਰੋ ਕਿ ਜੇ ਉਹ ਤੁਹਾਡੀ ਲਾਈਫ ਦੇ ਵਿੱਚ ਨਹੀਂ ਆਉਂਦਾ, ਤੁਸੀਂ ਸਿਆਣੇ ਨਾ ਹੁੰਦੇ, ਤੁਸੀਂ ਅੱਗੇ ਲਈ ਤਾਂ ਅਵੇਅਰ ਹੋ ਜਾਓਗੇ ਕਿ ਹਾਂ ਵੀ ਆਹ ਕੰਮ ਮੇਰੇ ਨਾਲ ਦੁਬਾਰਾ ਨਾ ਹੋਵੇ। ਇਹ ਅਲੱਗ-ਅਲੱਗ ਚੀਜ਼ਾਂ ਨੇ ਸਿੱਖੀਆਂ, ਬਸ ਅਜੇ ਵੀ ਸਿੱਖੀ ਜਾਂਦੇ ਅੱਗੇ ਵੀ। ਬਹੁਤ ਚੀਜ਼ਾਂ ਨੇ ਭਾਜੀ, ਜਿਵੇਂ ਕਿ ਹੈ ਨਾ ਕਲਾਕਾਰ ਇੱਕ ਆਰਟਿਸਟ ਫੀਲਡ ਹੀ ਐਸੀ ਹੈ ਵੀ ਪਿਆਰ ਦਾ ਭੁੱਖਾ। ਬਹੁਤ ਔਖਾ ਹੋਇਆ ਤੁਹਾਡੇ ਵਾਸਤੇ ਉਸ ਚੀਜ਼ ਤੋਂ ਰਿਕਵਰ ਹੋਣਾ ਵੀ। ਸਭ ਤੋਂ ਦਿਲ ਦੇ ਹੁਣ ਕਰੀਬ ਕਿਸ ਨੂੰ ਮੰਨਦੇ ਹੋ? ਹੁਣ ਇੱਕ ਚੀਜ਼ ਕੋਈ ਐਸੀ ਹੁੰਦੀ, ਕਿਉਂਕਿ ਜਦ ਬੰਦਾ ਇਸ ਫੀਲਡ 'ਚੋਂ ਬਾਹਰ ਨਿਕਲਦਾ ਨਾ ਤਾਂ ਬਹੁਤ ਘੱਟ ਲੋਕਾਂ ਨਾਲ ਮੋਹ ਪੈਂਦਾ ਆ, ਬਹੁਤ ਘੱਟ ਲੋਕਾਂ ਨੂੰ ਆਪਣਾ ਦਿਲ ਦੇ ਪਾਉਂਦਾ ਆ। ਸਭ ਤੋਂ ਦਿਲ ਦੇ ਕਰੀਬ ਹੁਣ ਕੀ ਹੈ ਐਲੈਕਸ ਦੇ? ਸਭ ਤੋਂ ਦਿਲ ਦੇ ਕਰੀਬ ਤਾਂ ਦੇਖੋ ਤੁਹਾਡੀ ਫੈਮਿਲੀ ਹੁੰਦੀ ਹੈ, ਬਿਕੋਜ਼ ਦੁੱਖ ਹੋਵੇ ਸੁੱਖ ਹੋਵੇ ਉਹ ਨਾਲ ਖੜੇ ਹੁੰਦੇ ਆ। ਵੈਦਰ ਉਹ ਮੇਰੇ ਫਾਦਰ ਵਾਲੀ ਸਾਈਡ ਤੋਂ ਫੈਮਿਲੀ ਹੋਵੇ, ਮੇਰੇ ਭੂਆ ਜੀ ਹੋਣ ਜਾਂ ਮੇਰੇ ਕਜ਼ਨ ਬ੍ਰਦਰਸ ਹੋਣ ਜਾਂ ਮੇਰੇ ਮੰਮੀ ਵਾਲੀ ਸਾਈਡ ਤੋਂ ਮਾਸੀਆਂ ਹੋਣ, ਮੇਰੀ ਵਾਈਫ ਹੈ, ਮੇਰੇ ਬ੍ਰਦਰ ਇਨ ਲਾਅ ਹੈਗੇ ਆ, ਮੇਰੇ ਫਾਦਰ ਇਨ ਲਾਅ ਹੈਗੇ ਆ। ਸੋ ਦੇ ਆਰ ਆਲ ਸਪੋਰਟਿਵ, ਸਾਰੇ ਸਪੋਰਟ ਕਰਦੇ ਨੇ। ਸਪੈਸ਼ਲੀ ਇੱਕ ਆਰਟਿਸਟ ਦਾ ਜਿਹੜਾ ਮਾਈਂਡ ਸੈੱਟ ਹੁੰਦਾ, ਇੱਕ ਮੇਨ ਹੁੰਦਾ ਆਰਟਿਸਟ ਦੇ ਅੰਦਰ ਕ੍ਰੀਏਟੀਵਿਟੀ। ਜਦੋਂ ਉਹਦਾ ਮਾਈਂਡ ਡਿਸਟਰਬ ਰਹੇਗਾ, ਉਹਦਾ ਮਨ ਡਿਸਟਰਬ ਰਹੇਗਾ, ਉਹ ਕੁਛ ਨਹੀਂ ਕਰ ਸਕਦਾ। ਔਰ ਮੈਨੂੰ ਖਾਸ ਕਰਕੇ ਮੇਰੀ ਫੈਮਿਲੀ ਅਤੇ ਮੇਰੀ ਵਾਈਫ ਨੇ ਸਭ ਤੋਂ ਜ਼ਿਆਦਾ ਸਪੋਰਟ ਕੀਤਾ ਇਸ ਕੰਡੀਸ਼ਨ ਦੇ ਵਿੱਚ। ਪਿੱਛੇ ਜੇ ਕੁਛ ਦੌਰ ਜਿਹਾ ਆਇਆ ਸੀਗਾ ਕਿ ਮੈਂ ਥੋੜ੍ਹਾ ਜਿਹਾ ਫਿਜ਼ੀਕਲੀ ਜ਼ਿਆਦਾ ਬਿਮਾਰ ਹੋ ਗਿਆ, ਮਤਲਬ ਇਸ ਹੱਦ ਤੱਕ ਬਿਮਾਰ ਹੋ ਗਿਆ ਸੀਗਾ ਕਿ ਮੇਰਾ ਬੈੱਡ ਤੋਂ ਉੱਠਣਾ ਤੱਕ ਮੁਸ਼ਕਿਲ ਹੋ ਗਿਆ ਸੀਗਾ। ਤਾਂ ਐਟ ਦੈਟ ਟਾਈਮ ਮੇਰੀ ਵਾਈਫ ਨੇ ਬਹੁਤ ਸਾਥ ਦਿੱਤਾ ਮੇਰਾ। ਔਰ ਹੁਣ ਹੋਪਫੁਲੀ ਸਾਰਿਆਂ ਦੇ ਆਸ਼ੀਰਵਾਦ ਦੇ ਨਾਲ, ਜਿਹੜੇ ਵੀ ਉਸਤਾਦ ਜਨਾਬ ਸਾਬਰ ਕੋਟੀ ਸਾਹਿਬ ਦੇ ਫੈਨਸ ਨੇ, ਉਹਨਾਂ ਦੀਆਂ ਮੈਂ ਦੁਆਵਾਂ ਪੜ੍ਹਦਾ ਰਹਿੰਦਾ, ਮੈਸੇਜਿਸ ਪੜ੍ਹਦਾ ਰਹਿੰਦਾ, ਡੇਲੀ ਅਪਡੇਟ ਕੁਛ ਨਾ ਕੁਛ ਹੁੰਦਾ ਰਹਿੰਦਾ। ਸ਼ਾਇਦ ਉਹਨਾਂ ਦੀਆਂ ਦੁਆਵਾਂ ਹੀ ਨੇ ਜੋ ਅੱਜ ਮੈਂ ਗੱਲ ਕਰ ਰਿਹਾ ਤੁਹਾਡੇ ਅੱਗੇ। ਨਹੀਂ ਤਾਂ ਮੈਂ ਤਾਂ ਤੁਸੀਂ ਸੱਚ ਜਾਣਿਓ ਕਿ 10 ਮਿੰਟ ਵੀ ਬੈਠ ਨਹੀਂ ਸਕਦਾ ਸੀਗਾ। ਮੇਰੀ ਬੋਡੀ ਦੇ ਵਿੱਚ ਲੱਤਾਂ ਦੇ ਵਿੱਚ ਦਰਦ ਹੋਣ ਲੱਗ ਜਾਂਦੀ ਸੀਗੀ। ਮਤਲਬ ਬਹੁਤ ਪਰੇਸ਼ਾਨੀ ਦਾ ਟਾਈਮ ਸੀਗਾ ਜੋ ਮੈਂ ਗੁਜ਼ਾਰਿਆ। ਬਟ ਇਹ ਹੈ ਕਿ ਲਾਈਫ ਅਲੱਗ-ਅਲੱਗ ਤਰ੍ਹਾਂ ਨਾਲ ਤੁਹਾਡੇ ਟੈਸਟ ਲੈਂਦੀ ਹੈ। ਸ਼ਾਇਦ ਸਮਾਂ ਜਿਹੜਾ ਹੈ ਉਹ ਜਿੱਦਾਂ ਮਿੱਟੀ ਦੇ ਘੜੇ ਨੂੰ ਆਪਾਂ ਤਪਾਉਂਦੇ ਹਾਂ, ਪੱਕਾ ਕਰਦੇ ਹਾਂ, ਸ਼ਾਇਦ ਇੱਦਾਂ ਹੀ ਟਾਈਮ ਵੀ ਸਾਨੂੰ ਇੱਦਾਂ ਹੀ ਪੱਕਾ ਕਰ ਰਿਹਾ ਆਉਣ ਵਾਲੇ ਟਾਈਮ ਲਈ। ਅੱਛਾ, ਜਦ ਬਾਹਰ ਜਾਂਦੇ ਹੋ ਤੁਸੀਂ, ਲੋਕਾਂ ਨਾਲ ਵਿਚਰਦੇ ਹੋ, ਤਾਂ ਫਿਰ ਜਦ ਲੋਕਾਂ ਨੂੰ ਪਤਾ ਲੱਗਦਾ ਵੀ ਸਾਬਰ ਕੋਟੀ ਦਾ ਬੇਟਾ ਹੈ, ਕਿੰਨਾ ਕੁ ਪਿਆਰ ਮਿਲਦਾ ਫਿਰ? ਬਹੁਤ ਪਿਆਰ ਮਿਲਦਾ ਜੀ। ਮੈਂ ਤੁਹਾਨੂੰ ਇੱਕ ਆਪਣਾ ਖੁਦ ਦਾ ਐਕਸਪੀਰੀਅੰਸ ਦੱਸਦਾ। ਇੱਕ ਮੈਂ ਪ੍ਰੋਗਰਾਮ ਕਰ ਰਿਹਾ ਸੀਗਾ ਨਕੋਦਰ ਏਰੀਏ ਦੇ ਵਿੱਚ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਵਿਆਹ ਦਾ ਪ੍ਰੋਗਰਾਮ ਸੀਗਾ, ਤਾਂ ਉੱਥੇ ਮੈਨੂੰ ਐਜ਼ ਏ ਗੈਸਟ ਬੁਲਾਇਆ ਗਿਆ। ਅਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਬਰ ਕੋਟੀ ਸਾਹਿਬ ਦਾ ਵੱਡਾ ਬੇਟਾ ਆਇਆ ਜੀ, ਗਾ ਲੈਂਦਾ, ਤਾਂ ਉਹਨਾਂ ਨੇ ਮੈਨੂੰ ਮਾਈਕ ਫੜਾ ਦਿੱਤਾ। ਅਤੇ ਮੈਂ ਬਹੁਤ ਰਿਕੁਐਸਟ ਕੀਤੀ। ਉੱਥੇ ਮੇਰੇ ਤੋਂ ਪਹਿਲਾਂ ਕੋਈ ਆਰਟਿਸਟ ਗਾ ਰਹੇ ਸੀਗੇ, ਤਾਂ ਉਹਨਾਂ ਨੇ ਮੈਨੂੰ ਕਿਹਾ ਨਹੀਂ ਤੁਸੀਂ ਗਾਓ। ਹੁਣ ਬੇਸਿਕਲੀ ਦੇਖਿਆ ਜਾਵੇ ਸਟੇਜ ਉਹਨਾਂ ਦੀ ਸੀਗੀ। ਬਹੁਤ ਉਹਨਾਂ ਨੇ ਪ੍ਰੈਸ਼ਰ ਪਾਇਆ ਮੈਨੂੰ ਕਿ ਨਹੀਂ ਤੁਸੀਂ ਗਾਓ। ਅਤੇ ਪਬਲਿਕ ਵੀ ਚਲੋ ਪਿਆਰ ਕਰਦੀ ਆਫਟਰ ਆਲ ਡੈਡੀ ਨੂੰ। ਮੈਂ ਉੱਥੇ ਗਾਇਆ, ਸਾਉਣ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ। ਇੱਕ ਵਾਰੀ ਮੈਂ ਗਾਇਆ, ਚਲੋ ਮਜੀਸ਼ਨਾਂ ਨੇ ਮੇਰਾ ਬਹੁਤ ਅੱਛਾ ਸਾਥ ਦਿੱਤਾ। ਇੱਕ ਵਾਰੀ ਗਾਇਆ, ਪਬਲਿਕ ਕਹਿਣ ਲੱਗੀ ਵੰਸ ਮੋਰ। ਮੈਂ ਇੱਕ ਵਾਰੀ ਫੇਰ ਗਾਇਆ। ਗਾਉਂਦੇ ਇੱਕ ਆਰਟਿਸਟ ਦਾ ਇਹ ਕਮਜ਼ੋਰੀ ਹੁੰਦੀ ਹੈ ਇੱਕ ਆਰਟਿਸਟ ਦੀ ਕਿ ਜਦੋਂ ਕੋਈ ਉਹਨੂੰ ਤਾੜੀਆਂ ਨਾਲ ਪਿਆਰ ਕਰੇ ਜ਼ਿਆਦਾ, ਉਹ ਹੋਰ ਉਹਦਾ ਗਾਣਾ ਡਬਲ ਹੋ ਜਾਂਦਾ। ਤਾਂ ਮੈਂ ਗਾਇਆ, ਗਾਉਂਦੇ ਜਦੋਂ ਸੈਕਿੰਡ ਟਾਈਮ ਗਾਇਆ, ਕੁਦਰਤੀ ਮੂਡ ਦੇ ਵਿੱਚ ਥੋੜ੍ਹਾ ਜਿਹਾ ਹਰਕਤ ਮੁਰਕੀਆਂ ਵਧੀਆ ਲੱਗ ਗਈਆਂ। ਅਤੇ ਮੈਨੂੰ ਮੈਂ ਅੱਖਾਂ ਬੰਦ ਕਰਕੇ ਗਾਉਣ ਲੱਗ ਗਿਆ। ਗਾਣਾ ਐਂਡ ਹੋ ਰਿਹਾ ਸੀਗਾ, ਮੈਂ ਗਾਉਣ ਲੱਗ ਗਿਆ, ਅੱਖਾਂ ਬੰਦ ਕਰਕੇ ਆਲਾਪ ਗਾਉਣ ਲੱਗ ਗਿਆ। ਤਾਂ ਮੈਨੂੰ ਇੱਦਾਂ ਫੀਲ ਹੋਇਆ ਕਿ ਮਤਲਬ ਮੇਰੇ ਪੈਰਾਂ ਨੂੰ ਕਿਸੇ ਨੇ ਇੱਦਾਂ
ਟੱਚ ਕੀਤਾ ਤੇ ਗਾਣਾ ਖਤਮ ਹੋਇਆ। ਮੈਂ ਅੱਖਾਂ ਖੋਲ੍ਹੀਆਂ ਜਦੋਂ ਮੈਂ ਦੇਖਿਆ ਕਿ ਮਤਲਬ ਇੱਕ ਅੰਕਲ ਸੀਗੇ, ਮੇਰਾ ਖਿਆਲ ਸ਼ਾਇਦ ਉਹ ਰਾਗੀ ਸੀਗੇ, ਮੈਨੂੰ ਨਹੀਂ ਪਤਾ। ਤਾਂ ਉਹਨਾਂ ਦੀ ਮਤਲਬ ਕਾਫੀ ਏਜ ਸੀਗੀ, 70 ਪਲੱਸ ਹੋਣੇ ਨੇ, ਉਹ ਬਜ਼ੁਰਗ ਸੀਗੇ। ਤਾਂ ਉਹਨਾਂ ਨੇ ਮੈਨੂੰ ਲੰਮੇ ਪੈ ਕੇ ਇੱਦਾਂ ਨਕਮਸਤਕ ਹੋ ਕੇ ਮੱਥਾ ਟੇਕਿਆ ਔਰ ਮੈਂ ਉੱਥੇ ਕੰਬਣ ਲੱਗ ਗਿਆ ਵੀ ਇਹ ਕੀ ਹੋਇਆ। ਮੈਂ ਫਟਾਫਟ ਐਂਕਰ ਨੂੰ ਮਾਈਕ ਫੜਾਇਆ, ਮੈਂ ਉਹਨਾਂ ਨੂੰ ਖੜਾ ਕੀਤਾ। ਮੈਂ ਕਿਹਾ ਜੀ ਮੈਂ ਤੁਹਾਡੇ ਬੱਚਿਆਂ ਵਰਗਾ ਜੀ, ਮੈਂ ਕਿਹਾ ਜੀ ਇਹ ਭਾਰ ਨਾ ਮੇਰੇ 'ਤੇ ਚੜਾਓ, ਪਬਲਿਕ ਕੀ ਸੋਚੇਗੀ। ਪਬਲਿਕ ਨੇ ਕਹਿਣਾ ਕੋਈ ਪਬਲਿਕ ਸਟੰਟ ਮਾਰ ਰਿਹਾ ਜੀ ਮੁੰਡਾ, ਦੇਖੋ ਜੀ ਇਹ ਇੱਦਾਂ ਜੀ TRP ਲਈ। ਤਾਂ ਮੈਨੂੰ ਕਹਿੰਦੇ ਵੀ ਮੈਂ 2 ਮਿੰਟ ਕਹਿੰਦੇ ਮੈਂ ਕੁਛ ਕਹਿਣਾ ਜੀ ਮਾਈਕ 'ਤੇ। ਮੈਂ ਕਹਾਂ, ਮੈਂ ਕਿਹਾ ਜੀ ਕਹੋ ਜੀ। ਮੈਂ ਮਾਈਕ ਫੜਾਇਆ ਅਤੇ ਮੈਂ ਕੀਤਾ, ਉਹਨਾਂ ਨੂੰ ਮਾਈਕ ਦਿੱਤਾ। ਉਹਨਾਂ ਨੇ ਮਾਈਕ 'ਤੇ ਇੱਕੋ ਗੱਲ ਕਹੀ, ਕਿਉਂਕਿ ਸੁਲਝਿਆ ਹੋਇਆ ਇਨਸਾਨ ਹਮੇਸ਼ਾ ਸੁਲਝੀ ਹੋਈ ਗੱਲ ਕਰੇਗਾ। ਉਹਨਾਂ ਨੇ ਮਾਈਕ 'ਤੇ ਕਿਹਾ, ਕਹਿੰਦੇ ਕਿ ਕੋਈ ਵੀ ਤੁਸੀਂ ਇੰਨੇ ਲੋਕ ਬੈਠੇ ਆ, ਇਹ ਨਾ ਸੋਚਿਓ ਕਿ ਇਹ ਮੈਨੂੰ ਜਾਣਦੇ ਆ ਜਾਂ ਮੈਂ ਇਹਨਾਂ ਨੂੰ ਜਾਣਦਾ। ਮੈਂ ਮਾਲਕ ਨੂੰ ਹੱਥ ਕਰਕੇ ਮੈਂ ਸੱਚ ਕਹਿੰਦਾ ਆ ਕਿ ਮੈਂ ਇਹਨਾਂ ਨੂੰ ਪਹਿਲੀ ਵਾਰੀ ਮਿਲ ਰਿਹਾ ਔਰ ਪਹਿਲੀ ਵਾਰੀ ਸੁਣ ਰਿਹਾ। ਔਰ ਜਿਹੜਾ ਮੈਂ ਇਹਨਾਂ ਨੂੰ ਨਕਮਸਤਕ ਹੋ ਕੇ ਮੱਥਾ ਟੇਕਿਆ ਨਾ, ਇਹ ਇਹਨਾਂ ਨੂੰ ਨਹੀਂ ਟੇਕਿਆ, ਇਹ ਉਸ ਬਾਗ ਨੂੰ ਟੇਕਿਆ ਜਿਸ ਬਾਗ ਦਾ ਇਹ ਫੁੱਲ ਹੈ। ਅਤੇ ਕਹਿੰਦੇ ਕਿ ਉਸ ਬੰਦੇ ਬਾਰੇ ਮੈਂ ਸੁਣਦਾ ਹੁੰਦਾ ਸੀ ਔਰ ਮੈਂ ਕਦੀ ਉਹਨਾਂ ਨੂੰ ਮਿਲਿਆ ਨਹੀਂ, ਬਟ ਅੱਜ ਇਹਨੂੰ ਸੁਣ ਕੇ ਇੱਦਾਂ ਲੱਗ ਰਿਹਾ ਕਿ ਨਹੀਂ, ਕਹਿੰਦੇ ਇਹ ਵਹਿਮ ਆ ਲੋਕਾਂ ਦਾ, ਸਭ ਕੋਠੀ ਸਾਹਿਬ ਚਲੇ ਗਏ। ਇਹ ਗਾਣਾ ਵਜਾਣਾ ਜੋ ਆਪਣਾ ਜਿਹੜਾ ਬੂਟਾ ਲਾ ਗਏ ਹੈ ਨਾ, ਬਸ ਇਸ ਬੂਟੇ ਨੂੰ ਪ੍ਰਮੋਟ ਕਰੋ, ਇਸ ਬੂਟੇ ਨੂੰ ਪਿਆਰ ਦਿਓ, ਇਹਨਾਂ ਨੂੰ ਬਹੁਤ ਜ਼ਰੂਰਤ ਹੈ। ਤਾਂ ਉਹ ਮੇਰੀ ਲਾਈਫ ਦਾ ਐਸਾ ਐਕਸਪੀਰੀਅੰਸ ਹੈ ਕਿ ਉਹ ਜੋ ਮੈਂ ਭੁੱਲਣਾ ਹੀ ਨਹੀਂ। ਔਰ ਮੈਂ ਉੱਤਰ ਕੇ ਸਟੇਜ ਤੋਂ ਇੰਨਾ ਭਾਵਕ ਹੋ ਗਿਆ, ਮੈਂ ਇੰਨਾ ਸਾਈਡ 'ਤੇ ਹੋ ਕੇ ਰੋਇਆ। ਉਹ ਆਏ, ਉਹਨਾਂ ਨੇ ਮੈਨੂੰ ਹੱਗ ਕੀਤਾ, ਉਹਨਾਂ ਨੇ ਮੈਨੂੰ ਇਹੀ ਗੱਲ ਕਹੀ, ਮੈਨੂੰ ਉਹਨਾਂ ਨੇ ਕਿਹਾ ਕਿ ਬੇਟਾ ਤੁਹਾਡੇ ਕੋਲ ਜਿਹੜੀ ਚੀਜ਼ ਹੈ ਨਾ, ਉਹ ਪਤਾ ਨਹੀਂ ਕਿੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਬੰਦੇ ਨੂੰ ਨਸੀਬ ਹੁੰਦੀ ਹੈ। ਔਰ ਤੁਸੀਂ ਤਾਂ ਕਿਸਮਤ ਵਾਲੇ ਆ, ਤੁਹਾਡੇ ਘਰ ਦੇ ਵਿੱਚ ਗੰਗਾ ਹੈ। ਅਤੇ ਕਹਿੰਦੇ ਵੀ ਬੇਟਾ ਘਬਰਾਓ ਨਾ, ਕੋਈ ਨਹੀਂ, ਬਹੁਤ ਕੁਛ ਹੁੰਦਾ। ਦੇਖੋ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਨੇ ਆਉਣਾ ਵੀ ਹੈ ਅਤੇ ਜਾਣਾ ਵੀ ਹੈ। ਜੋ ਚਲਾ ਗਿਆ ਉਹਨੂੰ ਤਾਂ ਆਪਾਂ ਕੁਛ ਨਹੀਂ ਕਰ ਸਕਦੇ। ਹਾਂ, ਬਸ ਇਹ ਹੈ ਕਿ ਅਸੀਂ ਉਹਨਾਂ ਦੀ ਜੋ ਰਿਸਪੈਕਟ ਆਪਣੀ ਬਣਾ ਕੇ ਰੱਖੀ, ਉਹਨੂੰ ਬਰਕਰਾਰ ਤੁਸੀਂ ਰੱਖਣਾ। ਉਹ ਇਹ ਸਭ ਤੋਂ ਵੱਡਾ ਇੰਸੀਡੈਂਟ ਆ ਮੇਰੀ ਲਾਈਫ ਦਾ, ਜਿਹੜਾ ਮੇਰੇ ਸਭ ਤੋਂ ਜ਼ਿਆਦਾ ਕਲੋਜ਼ ਹੈ। ਅੱਛਾ ਭਾਈ, ਤੁਸੀਂ ਜਿਵੇਂ ਸਾਉਣ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ ਗਾਣੇ ਦਾ ਜ਼ਿਕਰ ਕੀਤਾ, ਮੈਂ ਕਿਹਾ ਹੁਣ ਚੰਦ ਲਾਈਨਾਂ ਹੋ ਜਾਣ ਪਹਿਲਾਂ। ਸੌਣ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ, ਸੱਜਣਾ ਨੇ ਆਉਣਾ ਹੋਵੇ, ਪਹਿਲੀ ਮੁਲਾਕਾਤ ਹੋਵੇ। ਸੌਣ ਦਾ ਮਹੀਨਾ ਹੋਵੇ, ਪੈਂਦੀ ਬਰਸਾਤ ਹੋਵੇ, ਸੱਜਣਾ ਨੇ ਆਉਣਾ ਹੋਵੇ, ਪਹਿਲੀ ਮੁਲਾਕਾਤ ਹੋਵੇ। ਇੱਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ, ਇੱਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ, ਇਹੋ ਜਿਹਾ ਨਜ਼ਾਰਾ ਮਿੱਤਰੂ ਫਿਰ ਜ਼ਿੰਦਗੀ 'ਚ ਕਦੇ ਕਦੇ ਮਿਲਦਾ, ਇਹੋ ਜਿਹਾ ਨਜ਼ਾਰਾ ਮਿੱਤਰੂ ਫਿਰ ਜ਼ਿੰਦਗੀ 'ਚ ਕਦੇ ਕਦੇ ਮਿਲਦਾ। ਅੱਛਾ ਬਾਈ, ਦਰਦ ਆਵਾਜ਼ ਦੇ ਵਿੱਚ ਕਿਤੇ ਨਾ ਕਿਤੇ ਉਹ ਝਲਕਦਾ ਹੈ ਸਾਬਰ ਕੋਟੀ ਜੀ ਵਾਲਾ, ਵੀ ਉਹੀ ਤੋਰਾ ਫੇਰਾ। ਮੈਂ ਕਹਿ ਸਕਦਾ ਵੀ ਆਵਾਜ਼ ਦੇ ਵਿੱਚ ਜਦ ਜਿਹੜੀ ਖਰਸ਼ ਕਹਿੰਦੇ ਇਹਨੂੰ, ਖਾਰਸ਼ ਕਹਿੰਦੇ ਨੇ, ਹੈ ਨਾ। ਇਹ ਥੋੜ੍ਹਾ ਜਿਹਾ ਜਿੱਦਾਂ ਸਾਡੀ ਗਵਈਆਂ ਦੀ ਬੋਲੀ 'ਚ ਉਹਨੂੰ ਕਹਿ ਦਿੰਦੇ ਵੀ ਗਲੇ 'ਚ ਅਲੱਗ ਜਿਹੀ ਰੜਕ ਹੈ। ਅਤੇ ਇਹ ਸਿਰਫ ਮਾਲਕ ਦਾ ਕਰਮ ਹੈ, ਡੈਡੀ ਹੋਣਾ ਦਾ ਆਸ਼ੀਰਵਾਦ ਹੈ। ਬਟ ਮੈਨੂੰ ਇੱਕ ਗੱਲ ਹਮੇਸ਼ਾ ਸਾਰੇ ਕੁਐਸਚਨ ਪੁੱਟ ਕਰਦੇ ਹੁੰਦੇ ਕਿ ਭਾਅ ਜੀ ਤੁਹਾਨੂੰ ਡੈਡੀ ਹੋਣਾ ਨੇ ਤੁਹਾਡੇ ਕਿੰਨਾ ਕੁ ਰਿਆਜ਼ ਕਰਾਇਆ। ਮੈਂ ਉਹਨਾਂ ਨੂੰ ਇਹ ਦੱਸਦਾ ਹੁੰਦਾ ਕਿ ਮੈਨੂੰ ਉਹਨਾਂ ਨੇ ਗਾਣੇ ਦਾ ਰਿਆਜ਼ ਨਹੀਂ ਕਦੀ ਕਰਾਇਆ, ਮੈਨੂੰ ਉਹਨਾਂ ਨੇ ਉੱਠਣ ਬੈਠਣ ਦਾ ਰਿਆਜ਼ ਕਰਾਇਆ ਔਰ ਤਲੱਫਜ਼ ਦਾ, ਯਾਨੀ ਕਿ ਜਿਹੜਾ ਲਫ਼ਜ਼ ਹੈ ਉਹ ਲਫ਼ਜ਼ ਸਾਫ਼ ਬੋਲਣਾ ਹੈ। ਜੇ ਜ਼ਿੰਦਗੀ ਹੈ ਤਾਂ ਉਹ ਜ਼ਿੰਦਗੀ ਹੋਣਾ ਚਾਹੀਦਾ, ਉਹ ਜ਼ਿੰਦਗੀ ਨਹੀਂ ਹੋਣਾ ਚਾਹੀਦਾ। ਔਰ ਕਈ ਇੱਦਾਂ ਦੇ ਲਫ਼ਜ਼ ਹੁੰਦੇ ਆ ਸਾਡੇ ਲਹਿਜ਼ਾ ਜਿਹੜਾ ਕਿ ਕੀ ਹੁੰਦਾ ਹੈ ਕਿ ਦੇਖੋ, ਜੇ ਤੁਸੀਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ, ਇਹ ਬਹੁਤ ਵੱਡੀ ਇੱਕ ਕਹਿ ਲਓ ਕਿ ਡਿਊਟੀ ਹੈ ਕਿ ਤੁਸੀਂ ਪੰਜਾਬੀ ਗਾਣੇ ਨੂੰ, ਪੰਜਾਬੀ ਸੱਭਿਆਚਾਰ ਨੂੰ ਖਾਸ ਕਰਕੇ ਸੰਭਾਲ ਕੇ ਰੱਖਣਾ। ਅੱਜ ਕੱਲ੍ਹ ਕੀ ਹੁੰਦਾ ਆ, ਹੁਣ ਮੇਰਾ ਹੀ ਫਰੈਂਡ ਹੈ, ਉਹਨੂੰ ਅਜੇ 3 ਕਿ 4 ਮਹੀਨੇ ਹੋਏ ਆ ਬਾਹਰ ਗਏ ਨੂੰ, ਉੱਥੇ ਜਾ ਕੇ ਕਿੱਦਾਂ ਭਾਜ ਕੀ ਹਾਲ ਆ, ਉਹ ਇੱਦਾਂ ਸ਼ੁਰੂ ਕਰ ਲੈਂਦੇ ਆ, ਹੈ ਨਾ। ਹਾਂ, ਜਿੱਦਾਂ ਮੈਂ ਕਹਿਣਾ ਮੰਗਦਾ ਆ। ਅਤੇ ਉਹ ਚੀਜ਼ ਮੈਨੂੰ ਨਹੀਂ ਚੰਗੀ ਲੱਗਦੀ ਕਿ ਯਾਰ ਕਿਸਮਤ ਵਾਲੇ ਲੋਕ ਆ ਅਸੀਂ। ਔਰ ਈਵਨ ਕਿ ਜਿਹੜੇ ਗੋਰੇ ਲੋਕ ਨੇ ਉਹ ਸਾਡੇ ਟਰਡੀਸ਼ਨ ਦੇ ਮਗਰ ਚੱਲਦੇ ਨੇ, ਉਹ ਸਾਨੂੰ ਨੋਟ ਕਰਦੇ ਨੇ। ਹੁਣ ਤੁਸੀਂ ਦੇਖ ਲਓ, ਕਈ ਮੈਂ ਸੋਸ਼ਲ ਮੀਡੀਆ 'ਤੇ ਵੀਡੀਓਜ਼ ਦੇਖਦਾ ਰਹਿਣਾ, ਫੋਟੋਜ਼ ਦੇਖਦਾ ਰਹਿਣਾ, ਜਿਹੜੇ ਗੋਰੇ ਨੇ ਉਹ ਗੁਰੂ ਘਰ ਦੇ ਵਿੱਚ ਜਾ ਕੇ ਲਾਵਾਂ ਕਰਦੇ ਨੇ। ਜੇ ਉਹ ਚੀਜ਼ ਉਹ ਤੁਸੀਂ ਇਹ ਦੇਖੋ ਕਿ ਉਹ ਸਾਡੇ ਤੋਂ ਕਿੰਨਾ ਕੁ ਜ਼ਿਆਦਾ ਉਹ ਨੇ ਕਿ ਯਾਰ ਹਾਂ ਯਾਰ ਇਹਨਾਂ ਦਾ ਯਾਰ ਅਲੱਗ ਜਿਹੀ ਚੀਜ਼ ਹੈ, ਉਹਨਾਂ ਨੂੰ ਸਕੂਨ ਮਿਲਦਾ ਸਾਡੇ ਵੱਲ ਨੂੰ ਆ ਕੇ। ਸਾਨੂੰ ਉਹਨਾਂ ਨੂੰ ਇੱਧਰ ਨੂੰ ਖਿੱਚਣਾ ਚਾਹੀਦਾ, ਅਸੀਂ ਆਪਣੇ ਆਪ ਨੂੰ ਉੱਧਰ ਨੂੰ ਤੁਰਿਆ ਹੋਇਆ। ਇਹ ਚੀਜ਼ ਮੇਰੇ ਖਿਆਲ ਦੇ ਨਾਲ ਇਹ ਨਹੀਂ ਬਣਦੀ ਗੱਲ। ਪਰ
ਪੰਜਾਬੀ ਗਾਣਾ ਵਜਾਣਾ ਜਿਹੜਾ ਹੈ ਨਾ ਉਹ ਇੱਕ ਖਜ਼ਾਨੇ ਤੋਂ ਘੱਟ ਨਹੀਂ ਹੈ। ਬਟ ਇਹ ਹੈ ਕਿ ਜਿਹੜੇ ਅੱਜ ਦੇ ਸਾਡੇ ਭਰਾ ਨੇ ਜਿਹੜੇ ਗਾ ਰਹੇ ਨੇ ਉਹ ਜੇ ਇਹਦੀ ਸੰਭਾਲ ਕਰ ਲੈਣ ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਸਾਡੀ ਆਉਣ ਵਾਲੀ ਗਾਂਹ ਜਨਰੇਸ਼ਨ ਹੈ ਉਹਦੇ ਲਈ ਮੇਰੇ ਖਿਆਲ ਨਾਲ ਬਹੁਤ ਇੱਕ ਇਹ ਕਹਿ ਲਓ ਬਈ ਇੱਕ ਕੋਹੀਨੂਰ ਹੀਰਾ ਹੀ ਅਸੀਂ ਛੱਡਾਂਗੇ। ਔਰ ਐਸੀ ਗੱਲ ਵੀ ਨਹੀਂ ਆ, ਅੱਜ ਦੇ ਬਹੁਤ ਸਾਰੇ ਆਰਟਿਸਟ ਨੇ ਸਾਡੇ ਭਰਾ ਨੇ, ਸਾਰੇ ਮੇਰੇ ਤੋਂ ਸਾਰੇ ਹੀ ਵੱਡੇ ਨੇ, ਸੀਨੀਅਰ ਨੇ, ਮਾਸ਼ਾ ਅਲੀ ਭਾਜੀ, ਕਮਲ ਖਾਨ ਭਾਜੀ, ਵਿਨੀਤ ਖਾਨ, ਇਹ ਲੋਕ ਗਾ ਰਹੇ ਨੇ ਅੱਛਾ। ਬਟ ਇਹ ਹੈ ਕਿ ਕਹਿੰਦੇ ਆ ਨਾ ਜਿਹੜੀ ਬ੍ਰਾਂਡਡ ਚੀਜ਼ ਹੁੰਦੀ ਹੈ ਨਾ ਉਹ ਥੋੜ੍ਹੀ ਕੋਸਟਲੀ ਹੁੰਦੀ ਹੈ, ਜਿਹੜੀ ਚਾਈਨੀਜ਼ ਹੁੰਦੀ ਹੈ ਉਹ ਬੰਦਾ ਛੇਤੀ ਉਹਨੂੰ ਹੱਥ ਪਾ ਲੈਂਦਾ। ਇਹ ਗਾਣਾ ਵਜਾਣਾ ਥੋੜ੍ਹਾ ਮਹਿੰਗਾ ਹੈ, ਜ਼ਿਆਦਾਤਰ ਅੱਜ ਕੱਲ੍ਹ ਦਾ ਜਿਹੜਾ ਇਨਵਾਇਰਮੈਂਟ ਉਹ ਬਰਦਾਸ਼ਤ ਨਹੀਂ ਕਰਦਾ। ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਹੁਣ ਤਾਂ ਸਿਰਫ ਬੇਸ ਰਹਿ ਗਿਆ, ਢਮ ਰਹਿ ਗਈ ਹੈ। ਅਸਲ ਮੇਂ ਗਾਣਾ ਵਜਾਣਾ ਜਿਹੜਾ ਆ ਬੇਸ ਤਾਂ ਉਹੀ ਰਹਿਣਾ ਹੈ ਜੋ ਹੈ, ਬੁਨਿਆਦ ਤੇ ਉਹੀ ਰਹਿਣੀ ਆ। ਹਾਂ ਉਹਦਾ ਸਟਾਈਲ ਚੇਂਜ ਹੋ ਗਿਆ, ਬਟ ਮੈਂ ਤਾਂ ਸਾਰਿਆਂ ਨੂੰ ਹੀ ਰਿਕੁਐਸਟ ਕਰਦਾ ਹੁੰਦਾ ਕਿ ਯਾਰ ਚੰਗਾ ਗਾਣਾ ਵਜਾਣਾ ਸੁਣੋ ਤਾਂ ਕਿ ਜਿਹੜਾ ਆਉਣ ਵਾਲਾ ਸਾਡਾ ਟਾਈਮ ਹੈ ਉਹਦੇ ਵਿੱਚ ਸਾਨੂੰ ਪਛਤਾਣਾ ਨਾ ਪਵੇ। ਅੱਛਾ, ਇੱਕ ਚੀਜ਼ ਬਾਈ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗਾ ਵੀ ਜਦ ਕਹਿੰਦੇ ਸੋਨਾ ਹੁੰਦਾ, ਸੋਨਾ ਦੇਖ ਲੈਂਦਾ ਉਹਦੀ ਚਮਕ ਆਪਾਂ ਨੂੰ ਬੜੀ ਘੈਂਟ ਲੱਗਦੀ ਹੈ ਵੀ ਆਹ ਚੀਜ਼ ਮੇਰੇ ਕੋਲੇ ਹੋਵੇ। ਸਾਬਰਕੋਟੀ ਸਾਹਿਬ ਇੱਕ ਸੋਨਾ ਸੀਗੇ, ਤੁਹਾਨੂੰ ਵੀ ਓਨਾ ਹੀ ਮਨਮੋਹਾ ਪਿਆਰ ਜਿਹੜਾ ਆਡੀਅנס ਵੱਲੋਂ ਮਿਲਿਆ, ਪਰ ਕਦੇ ਆਏ ਹੋਇਆ ਵੀ ਉਸ ਸੋਨੇ ਦੀ ਚਮਕ ਦਾ ਲੋਕ ਫਾਇਦਾ ਵੀ ਚੱਕਣਾ ਚਾਹੁੰਦੇ ਨੇ? ਕਦੇ ਫਾਇਦਾ ਤੁਹਾਡਾ ਚੱਕਣ ਦੀ ਕੋਸ਼ਿਸ਼ ਕੀਤੀ ਹੋਵੇ? ਫਾਇਦਾ ਮੈਂ ਜਿੱਦਾਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ, ਬਹੁਤ ਸਾਰੇ ਲੋਕ ਆਏ ਨੇ। ਹੁਣ ਤਾਂ ਚਲੋ ਥੋੜ੍ਹੀ ਜਿਹੀ ਦੁਨੀਆਦਾਰੀ ਦੀ ਥੋੜ੍ਹੀ ਜਿਹੀ ਮਤਲਬ ਕਿ 100 ਦੇ ਵਿੱਚੋਂ 2% ਸਮਝ ਲੱਗੀ ਹੈ ਦੁਨੀਆਦਾਰੀ ਦੀ। ਬਹੁਤ ਸਾਰੇ ਲੋਕ ਇੱਦਾਂ ਦੇ ਆਏ, ਉਹਨਾਂ ਨੇ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਵੀ ਕਈਆਂ ਨੇ, ਔਰ ਕਈਆਂ ਨੇ ਚੁੱਕਿਆ ਵੀ। ਔਰ ਬਹੁਤ ਸਾਰਾ ਇਹ ਕਹਿ ਲਓ ਕਿ ਮੈਂ ਟਾਈਮ ਵੀ ਬਰਬਾਦ ਕੀਤਾ, ਬਹੁਤ ਸਾਰਾ ਆਪਣਾ ਐਨਰਜੀ ਲੈਵਲ ਖਾਸ ਕਰਕੇ ਜਦੋਂ ਤੁਹਾਨੂੰ ਲੱਗਦਾ ਹੈ ਕਿ ਹਾਂ ਯਾਰ ਇਹ ਫਲਾਨਾ ਬੰਦਾ ਮੇਰੇ ਨਾਲ ਖੜਾ ਯਾਰ ਮੇਰੀ ਹੈਲਪ ਕਰੇਗਾ ਜਾਂ ਵਗੈਰਾ ਜੋ ਵੀ ਹੈ, ਤੁਸੀਂ ਭੱਜ ਕੇ ਪੈਂਦੇ ਆ। ਖਾਸ ਕਰਕੇ ਇੱਕ ਆਰਟਿਸਟ ਜਿਹੜਾ ਬੰਦਾ ਹੈ ਹੀ ਗਵਈਆ ਹੈ, ਉਹਨੂੰ ਜਿਹਨੂੰ ਆਉਂਦਾ ਹੀ ਗਾਉਣਾ ਹੈ ਅਤੇ ਉਹਨੂੰ ਤਾਂ ਮੌਕਾ ਚਾਹੀਦਾ ਹੈ ਕਿ ਹਾਂ ਮੈਂ ਆਪਣਾ ਟੈਲੈਂਟ ਪੇਸ਼ ਕਰਾਂ ਲੋਕਾਂ ਦੇ ਸਾਹਮਣੇ। ਤਾਂ ਮੇਰੇ ਨਾਲ ਇੱਦਾਂ ਬਹੁਤ ਵਾਰੀ ਹੋਇਆ, ਔਰ ਹੁਣ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇੱਦਾਂ ਯੂਜ਼ ਨਾ ਹੋਈਏ, ਬਿਕੋਜ਼ ਸਾਰਿਆਂ ਨਾਲ ਮਿਲ ਜੁਲ ਕੇ ਰਹਿਣਾ ਵੀ ਪੈਣਾ ਹੈ। ਦੁਨੀਆ ਇਕੱਲਾ ਬੰਦਾ ਰਹਿ ਨਹੀਂ ਸਕਦਾ, ਇੱਕ ਇਨਸਾਨ ਜਿਹੜਾ ਇੱਕ ਸੋਸ਼ਲ ਐਨੀਮਲ ਹੈ। ਪਰ ਥੋੜ੍ਹਾ ਜਿਹਾ ਇਹ ਹੁੰਦਾ ਹੈ ਵੀ ਇਹਨਾਂ ਇੱਦਾਂ ਦੇ ਬੰਦਿਆਂ ਤੋਂ ਮੈਂ ਥੋੜ੍ਹਾ ਜਿਹਾ ਗੁਰੇਜ਼ ਕਰਦਾ ਹੁੰਦਾ ਹੁਣ ਪਹਿਲਾਂ। ਇੱਕ ਕਾਰਨ ਕੀ ਹੈ ਬਈ? ਮੈਂ ਅਕਸਰ ਕਾਫੀ ਪੁਰਾਣੇ ਕਲਾਕਾਰਾਂ ਨੂੰ ਮਿਲਿਆ, ਜਿਹੜੇ ਉਹਨਾਂ ਦੀ ਅੱਗੇ ਪੀੜ੍ਹੀ ਹੈ, ਜਿਹੜੇ ਉਹਨਾਂ ਦੇ ਅੱਗੇ ਵੰਸ਼ ਨੇ, ਉਹ ਅਕਸਰ ਮੈਂ ਵੇਖਿਆ ਕਿ ਕਲਾਕਾਰ ਤਾਂ ਪੁਰਾਣਾ ਜਿਹੜਾ ਕਲਾਕਾਰ ਉਹ ਤਾਂ ਬੋਰਡ ਸੀਗਾ ਵੀ ਲੋਕ ਉਸ ਦੀ ਸ਼ਾਹ ਮਾਣਦੇ ਨੇ, ਪਰ ਉਹਨਾਂ ਰੁਤਬਾ ਉਹਦੇ ਬੱਚੇ ਅੱਗੇ ਬਣਾ ਨਹੀਂ ਪਾਉਂਦੇ। ਕਾਰਨ ਕੀ ਹੈ? ਕਾਰਨ ਬਹੁਤ ਸਾਰੇ ਹੁੰਦੇ ਆ ਜੀ। ਦੇਖੋ, ਇੱਕ ਤਾਂ ਫਸਟ ਆਫ ਆਲ ਇਹ ਤਾਂ ਬੱਚਿਆਂ 'ਤੇ ਡਿਪੈਂਡ ਕਰਦਾ ਹੈ। ਹੁਣ ਜਿੱਦਾਂ ਮੈਂ ਜਦੋਂ ਇਸ ਲਾਈਨ ਦੇ ਵਿੱਚ ਪਿਆ ਸੀਗਾ, ਸਟੱਡੀ ਮੇਰੀ ਕੰਪਲੀਟ ਹੋਣ ਤੋਂ ਬਾਅਦ, ਮੈਨੂੰ ਪਹਿਲਾਂ ਸਮਝ ਨਹੀਂ ਸੀਗੀ। ਜਦੋਂ ਮੈਂ ਫਸਟ ਟਾਈਮ ਐਜ਼ ਏ ਸਿੰਗਰ ਡੈਡੀ ਦੇ ਨਾਲ ਗਿਆ ਸੀਗਾ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਐਟ ਦੈਟ ਟਾਈਮ ਮੇਰੇ ਕਲਾਸਮੇਟਸ ਜਿਹੜੇ ਸੀਗੇ, ਮੇਰੀ ਯਾਰੀ ਦੋਸਤੀ ਸੀ, ਮੇਰੇ ਖਿਆਲ 20 ਤੋਂ 25 ਮੇਰੇ ਦੋਸਤ ਸੀਗੇ। ਪਰ ਉਦੋਂ ਪਤਾ ਨਹੀਂ ਸੀ ਕਿ ਮੈਨੂੰ ਰੱਬ ਨੇ ਜਿਹੜੀ ਚੀਜ਼ ਦਿੱਤੀ ਉਹ ਕਿੱਡੀ ਵੱਡੀ ਚੀਜ਼ ਹੈ। ਹੌਲੀ ਹੌਲੀ ਜਦੋਂ ਮੈਨੂੰ ਟਾਈਮ ਦੇ ਨਾਲ ਡੈਡੀ ਦੇ ਨਾਲ ਮੈਂ ਜਾਣਾ ਸ਼ੁਰੂ ਕੀਤਾ ਸਟੇਜਾਂ ਦੇ ਉੱਪਰ, ਮੈਨੂੰ ਪਤਾ ਲੱਗਾ ਕਿ ਹਾਂ ਯਾਰ ਇੱਕ ਗਾਣਾ ਵਜਾਣਾ ਜਿਹੜਾ ਇੱਕ ਸਿੰਗਰ ਜਿਹੜਾ ਉਹਦਾ ਕੀ ਰੁਤਬਾ ਹੈ, ਕੀ ਜਗ੍ਹਾ ਹੈ। ਜਦੋਂ ਮੈਨੂੰ ਚੀਜ਼ਾਂ ਦੀ ਸਮਝ ਲੱਗੀ, ਮੈਂ ਹੌਲੀ ਜਿਹੜੇ ਮੇਰੇ ਯਾਰ ਦੋਸਤ ਸੀਗੇ, ਜਿਹੜੇ ਮੈਨੂੰ ਪੁੱਠੇ ਰਸਤੇ ਪਾਉਂਦੇ ਸੀਗੇ ਜਾਂ ਮੇਰਾ ਪੈਰ ਖਿੱਚਦੇ ਸੀਗੇ, ਮੈਂ ਹੌਲੀ ਉਹ ਸਰਕਲ ਬੰਦ ਕਰ ਦਿੱਤਾ। ਔਰ ਜਿੱਥੋਂ ਤੱਕ ਗੱਲ ਹੈਗੀ ਆ ਬਾਕੀ ਸਿੰਗਰਾਂ ਦੀ ਕਿ ਅੱਗੇ ਉਹਨਾਂ ਦੀ ਫੈਮਿਲੀ, ਅੱਗੇ ਉਹਨਾਂ ਦੇ ਬੱਚੇ ਨਹੀਂ ਆ ਰਹੇ, ਉਹਦੇ ਵਿੱਚ ਇਕੱਲਾ ਉਹਨਾਂ ਦਾ ਨਹੀਂ ਕਸੂਰ ਹੈਗਾ। ਕਿਸੇ ਟਾਈਮ ਕੀ ਹੁੰਦਾ ਕਿ ਤੁਹਾਡੇ ਨਾਲ ਇੱਕ ਬੰਦਾ ਐਸਾ ਜੁੜ ਜਾਂਦਾ ਜਿਹੜਾ ਤੁਹਾਨੂੰ ਗਾਂਹ ਵਧਣ ਹੀ ਨਹੀਂ ਦਿੰਦਾ। ਮੇਰੇ ਨਾਲ ਵੀ ਇੱਦਾਂ ਹੋਇਆ। ਮੈਂ ਸਟਾਰਟਿੰਗ ਦੇ ਵਿੱਚ ਇੱਕ ਟਰੈਕ ਮੇਰਾ 2017 'ਚ ਆਇਆ ਸੀ, ਵਫਾਵਾਂ, ਔਰ ਇੱਕ 2018 'ਚ ਰਿਲੀਜ਼ ਹੋਇਆ ਸੀ, ਆਕੜ। ਉਸ ਤੋਂ ਬਾਅਦ ਮੈਂ ਵੀ ਇਹੋ ਜਿਹੇ ਲੋਕਾਂ ਦੇ ਨਾਲ ਜੁੜ ਗਿਆ ਸੀਗਾ ਜਿਨ੍ਹਾਂ ਨੇ ਮੇਰਾ ਟਾਈਮ ਵੀ ਬਹੁਤ ਖ਼ਰਾਬ ਕੀਤਾ। ਔਰ ਸਪੈਸ਼ਲੀ ਉਦੋਂ ਮੈਂ ਆਪਣੇ ਪੈਰਾਂ 'ਤੇ ਨਹੀਂ ਸੀਗਾ, ਕਿਉਂਕਿ ਡੈਡੀ ਦੀ ਉਦੋਂ ਡੈਥ ਹੋਈ ਸੀਗੀ। ਉਦੋਂ ਤਾਜ਼ੀ ਡੈਥ ਹੋਈ ਸੀ, ਤਾਂ ਮੈਨੂੰ ਸਮਝ ਹੀ ਨਹੀਂ ਸੀ ਕਿ ਕੌਣ ਬੰਦਾ ਕਿੱਥੋਂ ਕਿਹੜੀ ਗੱਲ ਕਰਦਾ, ਮੈਨੂੰ ਇਹ ਪਤਾ ਨਹੀਂ ਸੀ। ਐਂਡ 2019-20 ਦੇ ਵਿੱਚ ਆ ਕੇ ਥੋੜ੍ਹੀ ਜਿਹੀ ਮੈਚਿਓਰਿਟੀ ਆਈ, ਥੋੜ੍ਹਾ ਜਿਹਾ ਸਮਝ ਆਇਆ ਕਿ ਯਾਰ ਨਹੀਂ, ਲਾਈਫ ਇੱਦਾਂ ਨਹੀਂ ਚੱਲਣੀ, ਲਾਈਫ ਇੱਦਾਂ ਚਲਾਉਣੀ ਪੈਣੀ ਹੈ। ਫਿਰ ਹੌਲੀ ਆਪਣੇ ਆਪ ਨੂੰ ਚੇਂਜ ਕੀਤਾ। ਅਤੇ ਰਹੀ ਗੱਲ ਬਾਕੀ ਜਿਹੜੇ ਆਰਟਿਸਟ ਹੈ ਉਹਨਾਂ ਦੇ ਬੱਚੇ ਹੈ, ਇਹ ਤਾਂ ਹੁਣ
ਉਹਨਾਂ 'ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਦੇ ਫਾਦਰ ਦੀ ਲੈਗੇਸੀ ਨੂੰ ਜਾਂ ਉਹਨਾਂ ਦੇ ਮਦਰ ਦੀ ਲੈਗੇਸੀ ਨੂੰ ਕਿੱਦਾਂ ਸੰਭਾਲ ਕੇ ਰੱਖਣਾ, ਕਿਉਂਕਿ ਸਾਡੇ ਮੋਢਿਆਂ 'ਤੇ ਹੀ ਭਾਰ ਬਹੁਤ ਹੈ। ਹੁਣ ਕਿਤੇ ਵੀ ਜਾਂਦੇ ਹਾਂ, ਚਾਹੇ ਉਹ ਵੱਡਾ ਹੈ ਚਾਹੇ ਛੋਟਾ ਹੈ, ਕਿਸੇ ਟਾਈਮ ਇੱਦਾਂ ਹੁੰਦਾ ਹੈ ਕਿ ਮੇਰੀ ਉਮਰ ਤੋਂ ਵੀ ਡਬਲ ਜਿਹੜੇ ਲੋਕ ਹੁੰਦੇ ਆ ਉਹ ਆ ਕੇ ਮੇਰੇ ਪੈਰੀਂ ਹੱਥ ਲਾ ਦਿੰਦੇ। ਅੱਛਾ, ਬਹੁਤ ਵਾਰ ਮੇਰੇ ਨਾਲ, ਬਿਲਕੁਲ ਬਹੁਤ ਵਾਰ ਇੱਦਾਂ ਹੁੰਦਾ ਹੈ। ਪਰ ਹੁਣ ਉਹਨਾਂ ਦੀ ਭਾਵਨਾ ਹੋਰ ਹੈ, ਮੇਰੀ ਭਾਵਨਾ ਹੋਰ ਹੈ। ਮਤਲਬ ਇੱਕ ਇਹ ਕਹਿ ਲਓ ਕਿ ਡੈਡੀ ਐਗਜ਼ਾਮਪਲ ਦਿੰਦੇ ਹੁੰਦੇ ਸੀਗੇ ਇੱਕ 6-9 ਦਾ, ਜਦੋਂ ਆਪਾਂ ਆਪਣੇ ਹੱਥ 'ਤੇ 6 ਲਿਖਦੇ ਹਾਂ, ਠੀਕ ਹੈ, ਉਹ ਸਾਨੂੰ 6 ਦਿਸਣਾ, ਸਾਹਮਣੇ ਵਾਲੇ ਨੂੰ 9 ਦਿਸਣਾ। ਉਹ ਆਪਣੀ ਜਗ੍ਹਾ ਠੀਕ ਹੈ, ਅਸੀਂ ਆਪਣੀ ਜਗ੍ਹਾ ਠੀਕ ਆ। ਤਾਂ ਇਹ ਤਾਂ ਹੁਣ ਉਹਨਾਂ ਦੀ ਅੱਗੇ ਫੈਮਿਲੀ 'ਤੇ ਹੈ ਕਿ ਉਹ ਕਿੱਦਾਂ ਇਸ ਚੀਜ਼ ਨੂੰ ਹੈਂਡਲ ਕਰਦੇ ਆ। ਅੱਛਾ, ਜਾਂ ਦਰਸ਼ਕਾਂ ਤੋਂ ਹੁਣ ਆਪਾਂ ਜਾਂਦੇ ਜਾਂਦੇ ਇਜਾਜ਼ਤ ਵੀ ਲੈਣੀ ਹੈ। ਆਖਰੀ ਇੱਕ ਦਿਲ ਦੇ ਪਸੰਦ, ਕੋਈ ਦਿਲ ਦੇ ਕਰੀਬ ਗਾਣਾ ਹੋਵੇ ਜਿਹੜਾ ਤੁਸੀਂ ਗੁਣਗੁਣਾਉਣਾ ਚਾਹੁੰਦੇ ਹੋ। ਅਕਸਰ ਗਾਣਾ ਮੇਰੇ ਤੋਂ ਇੱਕ ਡੈਡੀ ਸੁਣਿਆ ਕਰਦੇ ਸੀਗੇ ਲਾਸਟ ਟਾਈਮ ਦੇ ਵਿੱਚ, ਜਦੋਂ ਹਸਪੀਟਲ ਦੇ ਵਿੱਚ ਸੀਗੇ। ਡੈਡੀ ਦਾ ਹੀ ਗਾਇਆ ਹੋਇਆ ਗਾਣਾ ਇਹ, ਤੇ ਉਹ ਸੀਗਾ ਰੂ ਕੰਬਦੀ ਏ ਗੱਲ ਛੇੜੋ ਨਾ, ਅੱਖੀਆਂ ਦੇ ਖੂਨ ਨੂੰ ਗੇੜੋ ਨਾ। ਰੂ ਕੰਬਦੀ ਏ ਗੱਲ ਛੇੜੋ ਨਾ, ਅੱਖੀਆਂ ਦੇ ਖੂਨ ਨੂੰ ਗੇੜੋ ਨਾ। ਅਸੀਂ ਹੱਡ ਬਾਲ ਕੇ ਸੇਕੇ ਨੇ, ਅਸੀਂ ਹੱਡ ਬਾਲ ਕੇ ਸੇਕੇ ਨੇ, ਦੁਸ਼ਮਣ ਤਾਂ ਬਦਲੇ ਨਹੀਂ ਸਾਡੇ, ਅਸੀਂ ਯਾਰ ਬਦਲਦੇ ਵੇਖੇ ਨੇ, ਯਾਰ ਬਦਲਦੇ ਵੇਖੇ ਨੇ, ਯਾਰ ਬਦਲਦੇ ਵੇਖੇ। ਬਹੁਤ ਚੰਗਾ ਲੱਗਾ ਵੀਰ ਯਾਰ ਮਿਲ ਕੇ, ਮਤਲਬ ਕਿ ਬਹੁਤ ਖੁਸ਼ੀ ਹੋਈ, ਕਿਉਂਕਿ ਮੈਂ ਸਾਬਰਕੋਟੀ ਸਾਹਿਬ ਨੂੰ ਅਕਸਰ ਸੁਣਦਾ ਸੀ, ਕਦੇ ਮਿਲਣ ਦਾ ਸਬੱਬ ਨਹੀਂ ਬਣਿਆ, ਪਰ ਤੁਹਾਡੇ ਨੂੰ ਮਿਲ ਕੇ ਮੈਨੂੰ ਲੱਗਦਾ ਮੈਂ ਉਹਨਾਂ ਨੂੰ ਮਿਲ ਲਿਆ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹ ਇੱਕ ਰੂਹ ਸੀਗੀ ਜਿਹੜੀ ਤੁਹਾਡੇ ਚਰਨਾਂ 'ਚ ਪੈ ਗਈ, ਉਹਨਾਂ ਨੇ ਵੀ, ਉਹ ਵੀ ਕਦੇ ਮਿਲੇ ਨਹੀਂ ਸੀਗੇ, ਪਰ ਉਹਨੇ ਤੁਹਾਡੇ 'ਚੋਂ ਦੀਦਾਰ ਉਸ ਚੀਜ਼ ਦੇ ਕਰ ਲਏ। ਮੈਂ ਬਹੁਤ ਬਹੁਤ ਧੰਨਵਾਦ, ਇੱਕ ਵਾਰ ਫੇਰ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਬਹੁਤ ਕੀਮਤੀ ਸਮਾਂ ਦਿੱਤਾ ਤੁਸੀਂ। ਸੋ ਦੋਸਤੋ, ਇਹ ਸਨ ਐਲੈਕਸ ਕੋਟੀ ਵੀਰਾ, ਸਾਬਰਕੋਟੀ ਜੀ ਦੇ ਸਭ ਤੋਂ ਜੇਠਾ ਪੁੱਤ। ਮੈਂ ਮਿਲਾਉਣ ਕਰਕੇ ਇਸ ਕਰਕੇ ਆਇਆ ਸੀ ਕਿਉਂਕਿ ਅਕਸਰ ਸੋਸ਼ਲ ਮੀਡੀਆ 'ਤੇ ਸਵਾਲ ਖੜੇ ਕਰ ਦਿੰਦੇ ਨੇ ਮੇਰੇ ਵਰਗੇ ਨੌਜਵਾਨ ਜਿਹੜੇ ਹੁੰਦੇ ਨੇ, ਸਿਰਫ ਵਿਹਲੇ ਹੁੰਦੇ ਨੇ, ਬਸ ਆਏ ਹੁੰਦਾ ਹੈ ਵੀ ਕਿਸ ਤਰੀਕੇ ਨਾਲ ਕਮੈਂਟ ਕਰੀਏ, ਕਿਸ ਤਰੀਕੇ 'ਤੇ ਕਮੈਂਟ ਤੰਜ ਕੱਸ਼ ਦੀਏ, ਵੀ ਕਿੱਥੇ ਆ ਭਾਈ ਅੱਜ ਕੱਲ੍ਹ, ਕਿੱਥੇ ਆ ਪਰਿਵਾਰ, ਕੀ ਕਰ ਰਿਹਾ, ਕੀ ਕਰ ਰਿਹਾ। ਸੋ ਮੈਂ ਉਮੀਦ ਕਰਦਾ, ਜ਼ਿਆਦਾ ਕੁਛ ਨਹੀਂ ਕਹੂੰਗਾ ਐਂਡ ਦੇ ਵਿੱਚ ਜਾਂਦੇ ਜਾਂਦੇ, ਬਸ ਇਹੀ ਉਮੀਦ ਕਰਦਾ ਕਿ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਸੀ ਚੰਗੀਆਂ ਲੱਗੀਆਂ ਹੋਣਗੀਆਂ, ਕਿਉਂਕਿ ਅਕਸਰ ਮੈਂ ਕਹਿ ਦਿੰਦਾ ਹੁੰਦਾ ਕਿ ਬੰਦਾ ਠੋਕਰ ਖਾ ਕੇ ਬੰਦਾ ਬਣ ਜਾਂਦਾ ਹੈ। ਪਰ ਮੈਂ ਉਮੀਦ ਕਰਦਾ ਤੁਹਾਨੂੰ ਗੱਲਬਾਤ ਜਿਹੜੀ ਚੰਗੀ ਲੱਗੀ ਹੋਊਗੀ। ਅਸੀਂ ਹੋਰ ਰੂਹਾਂ ਨਾਲ ਸਮੇਂ-ਸਮੇਂ ਸਿਰ ਤੁਹਾਨੂੰ ਮਿਲਾਉਂਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ, ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।